ਪੰਜਾਬੀ ਸਟੱਡੀ ਪਾਰਟ 63 ਦੇਖ ਰਹੇ ਸਾਰੇ ਹੀ ਵਿਊਅਰਸ ਦਾ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੈਗੀ ਅਤੇ ਇਸ ਵੀਡੀਓ ਵਿੱਚ ਆਪਾਂ ਚੱਲ ਰਹੀ ਲੜੀ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਚੋਣਵੀਂ ਪੰਜਾਬੀ ਦੀ ਪਾਠ ਪੁਸਤਕ ਹੈ ਜਿਹੜੀ ਉਹਨਾਂ ਦੀ ਆਪ ਬੀਤੀਆਂ ਦੇ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਵਾਚਾਂਗੇ ਜੋ ਕਿ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਬੜੇ ਮਹੱਤਵਪੂਰਨ ਹੈ। ਆਪਾਂ ਦੇਖ ਰਹੇ ਹੈਗੇ ਹਾਂ ਗੈਸ ਪੇਪਰ ਅਤੇ ਇਹਦੇ ਅਕੋਰਡਿੰਗਲੀ ਅੱਜ ਆਪਾਂ ਆਪ ਬੀਤੀਆਂ ਪਾਠ ਪੁਸਤਕ ਦੇ ਪ੍ਰਸ਼ਨ ਉੱਤਰ ਵਾਚਾਂਗੇ। ਤਾਂ ਇਸ ਪਾਠ ਪੁਸਤਕ ਦੇ ਵਿੱਚੋਂ 4 ਪ੍ਰਸ਼ਨ ਦੇ ਕੇ ਕੋਈ 2 ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖਣ ਲਈ ਕਿਹਾ ਜਾਵੇਗਾ। ਹਰੇਕ ਪ੍ਰਸ਼ਨ 4 ਨੰਬਰ ਦਾ ਹੋਵੇਗਾ। ਕਹਿਣ ਦਾ ਕਿ ਇਹ 8 ਨੰਬਰ ਦੇ ਜੋ ਪ੍ਰਸ਼ਨ ਉੱਤਰ ਹੈਗੇ ਨੇ ਜੋ ਆਪਾਂ ਅੱਜ ਵਾਚ ਰਹੇ ਹੈਗੇ ਹਾਂ। ਪਹਿਲਾ ਪਾਠ ਹੈ ਐਵਟਾਪਾਦ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਲਿਖਿਆ ਹੈ। ਪੂਰਨ ਸਿੰਘ ਦੀ ਮਾਂ ਅਟਕ ਦਰਿਆ ਨੂੰ ਜਿਊੜਾ ਕਿਉਂ ਕਹਿੰਦੀ ਹੈ? ਪੂਰਨ ਸਿੰਘ ਦੀ ਮਾਂ ਨੇ ਅਟਕ ਦਰਿਆ ਨੂੰ ਜਿਊੜਾ ਇਸ ਕਰਕੇ ਕਿਹਾ ਸੀ ਕਿਉਂਕਿ ਜਦੋਂ ਉਹ ਇੱਕ ਵਾਰ ਪੂਰਨ ਸਿੰਘ ਨੂੰ ਦਰਿਆ ਉੱਤੇ ਨਹਾ ਰਹੀ ਸੀ ਤਾਂ ਉਸਦੇ ਹੱਥੋਂ ਪੂਰਨ ਸਿੰਘ ਛੁੱਟ ਗਿਆ ਸੀ, ਪਰ ਅਟਕ ਨੂੰ ਬੇਨਤੀ ਕਰਨ ਤੋਂ ਪਹਿਲਾਂ ਹੀ ਉਸਦਾ ਬੱਚਾ ਉਸ ਦੀਆਂ ਬਾਹਾਂ ਵਿੱਚ ਸੀਗਾ। ਅਗਲਾ ਪ੍ਰਸ਼ਨ, ਐਵਟਾਪਾਦ ਪਾਠ ਵਿਚਲੇ ਕਿਹੜੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਪੂਰਨ ਸਿੰਘ ਨੂੰ ਬਚਪਨ ਤੋਂ ਹੀ ਪ੍ਰਕਿਰਤੀ ਨਾਲ ਪਿਆਰ ਸੀ? ਲੇਖਕ ਦੀ ਪ੍ਰਕਿਰਤੀ ਨਾਲ ਗੂੜੀ ਸਾਂਝ ਸੀ। ਉਸਨੂੰ ਬਚਪਨ ਵਿੱਚ ਹੀ ਪ੍ਰਕਿਰਤੀ ਦੀ ਸੁੰਦਰਤਾ, ਨਦੀਆਂ, ਪਹਾੜੀਆਂ, ਸਫੈਦੇ ਅਤੇ ਪੌਣਾ ਜੋ ਸੁਗੰਧੀ ਖਲੇਰਦੀਆਂ ਸਨ ਬੜੀਆਂ ਸੁੰਦਰ ਲੱਗਦੀਆਂ ਸੀ। ਲੇਖਕ ਸਵੇਰ ਦਾ ਇਸ਼ਨਾਨ ਆਪਣੇ ਹੱਥਾਂ ਨਾਲ ਰੇਤ ਨੂੰ ਖੁੰਦ ਕੇ ਬਣਾਏ ਕੁੰਡਾਂ ਵਿੱਚੋਂ ਨਦੀਆਂ ਦੇ ਕੰਢੇ ਉੱਤੇ ਕਰਦਾ ਹੁੰਦਾ ਸੀ। ਐਵਟਾਪਾਦ ਸਵੈਜੀਵਨੀ ਅੰਸ਼ ਦੇ ਆਧਾਰ 'ਤੇ ਪ੍ਰੋਫੈਸਰ ਪੂਰਨ ਸਿੰਘ ਦੀ ਸ਼ਖਸੀਅਤ ਬਾਰੇ ਦੱਸੋ। ਐਵਟਾਪਾਦ ਪ੍ਰੋਫੈਸਰ ਪੂਰਨ ਸਿੰਘ ਦੀ ਸਵੈਜੀਵਨੀ ਜ਼ਿੰਦਗੀ ਦੇ ਰਾਹਾਂ ਵਿੱਚੋਂ ਇਹ ਜਿਹੜੀ ਸਵੈਜੀਵਨੀ ਹੈ ਉਹਦੇ ਵਿੱਚੋਂ ਲਿਆ ਗਿਆ ਹੈ। ਅਤੇ ਇਸ ਪਾਠ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀ ਸੰਵੇਦਨਸ਼ੀਲ ਕਾਵਿ ਸ਼ਖਸੀਅਤ ਡੁੱਲ ਪੈਂਦੀ ਹੈ। ਪ੍ਰੋਫੈਸਰ ਪੂਰਨ ਸਿੰਘ ਆਪਣੀ ਮਾਂ ਦੇ ਸੁਭਾਅ, ਆਪਣੀ ਪ੍ਰਕਿਰਤੀ ਨਾਲ ਪਿਆਰ, ਗੈਰ ਜ਼ਿੰਮੇਵਾਰ ਅਤੇ ਕੁਰੱਖਤ ਮਾਪਿਆਂ ਅਤੇ ਅਧਿਆਪਕਾਂ ਆਦਿ ਬਾਰੇ ਭਰਪੂਰ ਟਿੱਪਣੀਆਂ ਕਰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਬਚਪਨ ਵਿੱਚ ਇੱਕ ਹਰਮਨ ਪਿਆਰਾ ਬੱਚਾ, ਹੱਦ ਦੇ ਦਰਜੇ ਦਾ ਖਵਤੀ, ਦੇਸ਼ ਪਿਆਰ ਦੀ ਭਾਵਨਾ ਅਤੇ ਮਾਤਾ ਪਿਤਾ ਦੇ ਨਾਲ ਪਿਆਰ ਰੱਖਣ ਵਾਲਾ, ਹਮਦਰਦੀ ਵਾਲਾ ਬੱਚਾ ਸੀ। ਉਹ ਵੱਡਾ ਹੋ ਕੇ ਭਾਈਚਾਰਕ ਏਕਤਾ ਦਾ ਚਾਹਵਾਨ ਅਤੇ ਨਿਵੇਕਲਾ ਗਾਦਕਾਰ ਵੀ ਬਣ ਗਿਆ। ਲੇਖਕ ਅਨੁਸਾਰ ਇੱਕ ਚੰਗੇ ਅਧਿਆਪਕ ਅਤੇ ਮਾਪੇ ਵਿੱਚ ਕਿਹੜੇ ਗੁਣ ਵਿਸ਼ੇਸ਼ ਤੌਰ 'ਤੇ ਹੋਣੇ ਚਾਹੀਦੇ ਨੇ? ਲੇਖਕ ਅਨੁਸਾਰ ਚੰਗੇ ਅਧਿਆਪਕ ਉਹ ਹੁੰਦੇ ਨੇ ਜਿਨ੍ਹਾਂ ਦਾ ਸੁਭਾਅ ਰੁੱਖਾ ਨਹੀਂ ਹੁੰਦਾ। ਉਹ ਸਰੀਰ ਪੱਖੋਂ ਭੱਦੇ ਨਹੀਂ ਹੋਣੇ ਚਾਹੀਦੇ ਕਿ ਬੱਚੇ ਉਹਨਾਂ ਨੂੰ ਦੇਖ ਕੇ ਡਰਨ। ਲੇਖਕ ਅਨੁਸਾਰ ਚੰਗੇ ਮਾਪਿਆਂ ਵਿੱਚ ਇਹ ਗੁਣ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਉਹ ਛੋਟੇ ਬੱਚਿਆਂ ਵੱਲ ਅਣਗਹਿਲੀ ਨਹੀਂ ਵਰਤਦੇ ਅਤੇ ਆਪਣੀਆਂ ਵਾਸਨਾਵਾਂ ਦੀ ਤ੍ਰਿਪਤੀ ਲਈ ਨਹੀਂ ਭਟਕਦੇ। ਇਸ ਤੋਂ ਇਲਾਵਾ ਇਸ ਪਾਠ ਨਾਲ ਮਹੱਤਵਪੂਰਨ ਪ੍ਰਸ਼ਨ ਹੋਰ ਨੇ ਸੰਬੰਧਿਤ। ਪੂਰਨ ਸਿੰਘ ਨੇ ਆਪਣੀ ਮਾਂ ਦੀ ਵਡਿਆਈ ਕਿਹੜੀਆਂ ਘਟਨਾਵਾਂ ਦਰਸਾ ਕੀਤੀ ਹੈ? ਜਾਂ ਫਿਰ ਬਾਲ ਪੂਰਨ ਸਿੰਘ ਪੋਠੋਹਾਰ ਪ੍ਰਤੀ ਕਿਉਂ ਮੋਹਿਆ ਗਿਆ ਸੀ? ਇਹ ਪ੍ਰਸ਼ਨ ਹੋਰ ਨੇ, ਇਹ ਤੁਸੀਂ ਪੜ੍ਹ ਲੈਣੇ ਨੇ। ਅਗਲਾ ਪਾਠ ਹੈ ਮੁੱਢਲੀ ਅਵਸਥਾ ਮਿਡਲ ਦੀ ਪੜ੍ਹਾਈ। ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖਿਆ ਹੋਇਆ ਹੈ। ਤੇਜਾ ਸਿੰਘ ਨੂੰ ਪੜ੍ਹਾਈ ਕਰਨ ਵਿੱਚ ਕਿਸ ਤਰ੍ਹਾਂ ਦੀਆਂ ਔਕੜਾਂ ਆਈਆਂ ਅਤੇ ਉਸਨੇ ਇਹਨਾਂ ਨੂੰ ਕਿਵੇਂ ਹੱਲ ਕੀਤਾ? ਤੇਜਾ ਸਿੰਘ ਨੂੰ ਪੜ੍ਹਾਈ ਕਰਨ ਵਿੱਚ ਬੜੀਆਂ ਔਕੜਾਂ ਆਈਆਂ। 1902 ਵਿੱਚ ਉਸਨੇ 5ਵੀਂ ਪਾਸ ਕੀਤੀ ਤਾਂ ਉਸਦੇ ਮਾਪਿਆਂ ਨੇ ਉਸਨੂੰ ਅੱਗੇ ਨਾ ਪੜ੍ਹਾਇਆ, ਪਰ ਉਹ ਪੜ੍ਹਨਾ ਚਾਹੁੰਦਾ ਸੀ। 1920 ਵਿੱਚ ਉਹ ਘਰੋਂ ਕੁਝ ਬੋਰੀਆਂ ਨਾਲ ਰਾਵਲਪਿੰਡੀ ਚਲਿਆ ਗਿਆ। ਉਹ ਇੱਕ ਬਿਰਧ ਦੇ ਘਰੇ ਘਰੇਲੂ ਨੌਕਰ ਲੱਗ ਗਿਆ, ਪਰ ਉਹ ਉਸ ਤੋਂ ਕੰਮ ਕਰਨ ਦੇ ਪੈਸੇ ਨਾ ਲੈਂਦਾ, ਸਗੋਂ ਪੜ੍ਹਨ ਲਈ ਸਮਾਂ ਮੰਗਦਾ। ਹੁਣ ਉਹ ਘਰ ਦੇ ਬਹੁਤ ਕੰਮ ਕਰਦਾ। ਰਾਤ ਨੂੰ ਆਰਾਮ ਕਰਕੇ ਉਹ 11 ਵਜੇ ਤੱਕ ਉਸ ਬਿਰਧ ਦੀਆਂ ਲੱਤਾਂ ਵੀ ਕੁੱਟਦਾ ਅਤੇ ਉਸਦੇ ਸੌਣ ਜਾਣ ਮਗਰੋਂ 1-2 ਵਜੇ ਤੱਕ ਪੜ੍ਹਦਾ ਰਹਿੰਦਾ। ਇਸ ਪ੍ਰਕਾਰ ਲੇਖਕ ਤੇਜਾ ਸਿੰਘ ਨੇ ਆਪਣੇ ਜਿਹੜਾ ਹੈਗੇ ਨੇ ਪੜ੍ਹਾਈ ਦੇ ਲਈ ਨੀਵੇਂ ਦਰਜੇ ਦੇ ਕੰਮ ਨੂੰ ਵੀ ਨਫ਼ਰਤ ਨਹੀਂ ਕੀਤੀ, ਸਗੋਂ ਆਪਣੀਆਂ ਔਕੜਾਂ ਨੂੰ ਦੂਰ ਕੀਤਾ, ਆਪਣੀ ਪੜ੍ਹਾਈ ਪੂਰੀ ਕੀਤੀ। ਅੱਗੇ ਹੈ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਬਚਪਨ ਦੀ ਜ਼ਿੰਦਗੀ ਬਾਰੇ ਲਿਖਿਆ ਹੈ ਕਿ ਮੈਂ ਇਸ ਜ਼ਿੰਦਗੀ ਨਾਲ ਰਾਜ਼ੀ ਨਹੀਂ ਸਾਂ। ਇਹ ਜ਼ਿੰਦਗੀ ਕਿਵੇਂ ਦੀ ਸੀ? ਲੇਖਕ ਨੇ ਜਦੋਂ 5ਵੀਂ ਪਾਸ ਕਰ ਲਈ ਤਾਂ ਉਸਨੂੰ ਸਕੂਲ ਵਿੱਚੋਂ ਹਟਾ ਲਿਆ ਗਿਆ ਕਿਉਂਕਿ ਘਰ ਵਾਲੇ 5 ਜਮਾਤਾਂ ਨੂੰ ਹੀ ਕਾਫੀ ਸਮਝਦੇ ਸੀ। ਉਸ ਤੋਂ ਬਾਅਦ ਉਸਨੇ 2 ਸਾਲ ਗੁਜ਼ਾਰੇ ਉਸ ਵਿੱਚ ਉਸਨੇ ਡੰਗਰ ਚਾਰੇ, ਹੱਟੀ ਕੀਤੀ, ਆਟਾ ਪਿਸਾਉਣ ਅਤੇ ਬਾਲਣ ਲਿਆਉਣ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਕਰਕੇ ਪੇਂਡੂ ਜੀਵਨ ਬਿਤਾਇਆ। ਉਸ ਜ਼ਿੰਦਗੀ ਨਾਲ ਲੇਖਕ ਕਦੇ ਵੀ ਰਾਜ਼ੀ ਨਹੀਂ ਸੀ। ਡੰਗਰ ਚਾਰਦਿਆਂ ਉਹ ਵਾਗੀਆਂ ਨੂੰ ਕਿੱਸੇ ਅਤੇ ਜੰਤਰੀ ਅਤੇ ਜੋਤਿਸ਼ ਲਾ ਕੇ ਦੱਸਦਾ ਸੀ। ਲੇਖਕ ਇਸ ਜ਼ਿੰਦਗੀ ਨੂੰ ਛੱਡ ਕੇ 16 ਜਮਾਤਾਂ ਪਾਸ ਕਰਕੇ ਅਧਿਆਪਕ ਬਣਨਾ ਚਾਹੁੰਦਾ ਸੀ। ਕਹਿਣ ਦਾ ਭਾਵ ਉਸ ਦੀ ਖਾਹਿਸ਼ ਸੀ ਪੜ੍ਹਨ ਦੀ,
ਤੇ ਉਸ ਨੂੰ ਘਰਦਿਆਂ ਨੇ ਪੜ੍ਹਨ ਨੂੰ ਹਟਾ ਕੇ ਘਰ ਦੇ ਕੰਮਾਂ ਵਿੱਚ ਲਾ ਲਿਆ ਸੀ। ਅਗਲਾ ਪ੍ਰਸ਼ਨ, ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹ ਤੋੜ ਨਿਭਦੀ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਵਿੱਚ ਕੀਤੀ? ਲੇਖਕ ਦੱਸਦਾ ਹੈ ਕਿ ਵੱਖ-ਵੱਖ ਸ਼ਖਸੀਅਤਾਂ ਨੇ ਉਸਦੇ ਅੰਦਰ ਸਿੱਖਣ ਦੀ ਝਾਟ ਲਾਈ। ਲੰਬੜਦਾਰ ਨੂਰ ਖਾਂ ਨੇ ਉਸਨੂੰ ਤਸਵੀਰਾਂ ਖਿੱਚਣ ਦਾ ਸ਼ੌਕ ਪਾਇਆ। ਉਸ ਨੂੰ ਹਿੰਦੂ ਮਤ ਸੰਬੰਧੀ ਜਿਹੜੀ ਵਾਕਫੀ ਆਪਣੀ ਲਿਖਤਾਂ ਵਿੱਚ ਵਰਤੀ ਹੈ ਉਹ ਲੂਣ ਸਾਬਣ ਵੇਚਣ ਵਾਲੇ ਪੰਡਤ ਈਸ਼ਰ ਦਾਸ ਤੋਂ ਪ੍ਰਾਪਤ ਕੀਤੀ। ਤਾਂ ਉਹ ਇਸ ਪ੍ਰਸੰਗ ਦੇ ਵਿੱਚ ਟਿੱਪਣੀ ਕਰਦਾ ਹੈ ਵੀ ਬਚਪਨ ਦੇ ਵਿੱਚ ਉਹਨੇ ਜੋ ਕਿ ਸਿੱਖਿਆ ਉਹ ਸਾਰੀ ਜ਼ਿੰਦਗੀ ਉਹਦੇ ਨਾਲ ਨਿਭਦਾ ਹੈ। ਮੁੱਢਲੀ ਅਵਸਥਾ ਅਤੇ ਮਿਡਲ ਦੀ ਪੜ੍ਹਾਈ। ਸਵੈ ਜੀਵਨੀ ਅੰਸ਼ਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਉੱਭਰਦੀ ਸ਼ਖਸੀਅਤ ਬਾਰੇ ਵਰਣਨ ਕਰਨਾ ਹੈ। ਮੁੱਢਲੀ ਅਵਸਥਾ ਅਤੇ ਮਿਡਲ ਦੀ ਪੜ੍ਹਾਈ ਸਵੈ ਜੀਵਨੀ ਅੰਸ਼ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਆਰਸੀ ਵਿੱਚੋਂ ਇਹ ਅੰਸ਼ ਲਏ ਗਏ ਨੇ। ਪ੍ਰਿੰਸੀਪਲ ਤੇਜਾ ਸਿੰਘ ਦੀ ਬਚਪਨ ਅਤੇ ਲੜਕਪਣ ਦੀ ਸ਼ਖਸੀਅਤ ਵਿੱਚ ਭਲੀ ਭਾਂਤ ਉਜਾਗਰ ਹੁੰਦੀ ਹੈ। ਨਾਲ ਹੀ ਅਸੀਂ ਇਸ ਭਾਗ ਵਿੱਚ ਉਸਦੇ ਚਰਿੱਤਰ ਵਿੱਚ ਉਹਨਾਂ ਦੇ ਗੁਣਾਂ ਦਾ ਵਿਕਾਸ ਹੁੰਦਾ ਵੇਖਦੇ ਹੈਗੇ ਹਾਂ ਜੋ ਉਸਦੇ ਪ੍ਰੌੜ ਜੀਵਨ ਵਿੱਚ ਉਸਦੀ ਸ਼ਖਸੀਅਤ ਦਾ ਅੰਗ ਬਣੇ। ਪ੍ਰਿੰਸੀਪਲ ਤੇਜਾ ਸਿੰਘ ਜੀ ਉੱਚੀ ਸਿੱਖਿਆ ਪ੍ਰਾਪਤ ਕਰਨ ਦੀ ਲਗਨ ਰੱਖਣ ਵਾਲਾ, ਆਪਣੀ ਧੁਨ ਦਾ ਪੱਕਾ, ਪੜ੍ਹਾਈ ਵਿੱਚ ਹੁਸ਼ਿਆਰ, ਪੜ੍ਹਿਆ ਲਿਖਿਆ ਅਨੁਭਵੀ ਅਤੇ ਸੂਝਵਾਨ ਵਿਅਕਤੀ ਸੀ। ਉਹ ਥੀਏਟਰ ਅਤੇ ਸਾਹਿਤ ਲਿਖਣ ਵਿੱਚ ਦਿਲਚਸਪੀ ਰੱਖਦਾ ਸੀ ਅਤੇ 1950 ਵਿੱਚ ਉਹਨਾਂ ਨੂੰ ਅਭਿਨੰਦਨ ਗ੍ਰੰਥ ਵੀ ਭੇਂਟ ਕੀਤਾ ਗਿਆ ਸੀਗਾ। ਤਾਂ ਹੁਣ ਅਗਲਾ ਪ੍ਰਸ਼ਨ ਹੈ, ਤੇਜਾ ਸਿੰਘ ਨੂੰ ਆਪਣੇ ਵਾਤਾਵਰਣ ਦੇ ਵਿੱਚ ਇਤਿਹਾਸ ਸਾਹਿਤ ਪ੍ਰਤੀ ਚੇਤਕ ਲਾਉਣ ਵਾਲੇ ਕਿਹੜੇ ਪ੍ਰੇਰਕ ਮਿਲੇ ਹੈ? ਇਸ ਪ੍ਰਸ਼ਨ ਦੇ ਉੱਤਰ 'ਚ ਅਸੀਂ ਕਹਿ ਸਕਦੇ ਹੈਗੇ ਹਾਂ ਇਸਦੇ ਕਿ ਤੇਜਾ ਸਿੰਘ ਨੂੰ ਉਸਦੇ ਬਚਪਨ ਵਿੱਚ ਇਤਿਹਾਸ ਅਤੇ ਸਾਹਿਤ ਪ੍ਰਤੀ ਚੇਤਕ ਲਾਉਣ ਵਾਲੇ ਕਈ ਪ੍ਰੇਰਕ ਮਿਲੇ। ਉਸਨੂੰ ਪੁਰਾਤਨ ਸਾਹਿਤ ਦੀ ਚੇਤਕ ਸੀ ਜੋ ਪਿੰਡ ਦੇ ਦੁਕਾਨਦਾਰ ਈਸ਼ਰ ਦਾਸ ਨੇ ਪਾਈ। ਉਸਨੂੰ ਰਾਮਾਇਣ ਮਹਾਭਾਰਤ ਅਤੇ ਭਾਗਵਤ ਆਦਿ ਕਥਾ ਕਹਾਣੀਆਂ ਸੁਣਾ ਕੇ ਹੋਰ ਦਾ ਹੋਰ ਬਣਾ ਦਿੱਤਾ। ਹਿੰਦੁਸਤਾਨ ਦੇ ਮਿਥਿਹਾਸ ਅਤੇ ਨਾਟਕ ਵੱਲ ਲੇਖਕ ਦੀ ਰੁਚੀ ਉਹਨਾਂ ਦਿਨਾਂ ਤੋਂ ਬਣਨੀ ਸ਼ੁਰੂ ਹੋ ਗਈ ਜਦੋਂ ਹੋਲੀਆਂ ਵਿੱਚ ਸਾਰਾ ਪਿੰਡ ਰਲ ਕੇ ਝਾਕੀਆਂ ਕੱਢਦਾ ਸੀ ਅਤੇ ਇਹਨਾਂ ਝਾਕੀਆਂ ਦੇ ਵਿੱਚ ਉਹ ਆਪ ਰਾਣੀ ਤਾਰਾਮਤੀ ਦਾ ਪਾਰਟ ਅਦਾ ਕਰਦਾ ਸੀ। ਤੇਜਾ ਸਿੰਘ ਦੇ ਪਿੰਡ ਵਿੱਚ ਰਹਿੰਦਿਆਂ ਇੱਕ ਦੋ ਵਾਰੀ ਰਾਸਧਾਰੀਆਂ ਦੀਆਂ ਮੰਡਲੀਆਂ ਵੀ ਆਈਆਂ। ਉਹਨਾਂ ਦਾ ਡੇਰਾ ਉਹਨਾਂ ਦੇ ਗੁਆਂਢੀ ਬਖਸ਼ੀ ਜੈ ਕਿਸ਼ਨ ਦੇ ਘਰ ਹੁੰਦਾ ਸੀ ਅਤੇ ਉਹਨਾਂ ਨੂੰ ਮਿਲਣ ਗਿਲਣ ਦਾ ਨਾਲ ਲੇਖਕ ਦੀ ਰੁਚੀ ਭਾਰਤ ਦੀਆਂ ਪੁਰਾਤਨ ਕਥਾ ਕਹਾਣੀਆਂ ਵਿੱਚ ਵੱਧਦੀ ਗਈ ਅਤੇ ਨਾਟਕੀ ਵਿਆਖਿਆ ਦਾ ਸ਼ੌਕ ਪੈਦਾ ਹੁੰਦਾ ਗਿਆ। ਉਹ ਜੈ ਕਿਸ਼ਨ ਦੇ ਘਰ ਪਈਆਂ ਪੁਰਾਣੀਆਂ ਲਿਖਤਾਂ ਅਤੇ ਫਾਈਲਾਂ ਨੂੰ ਵੀ ਬੜੇ ਚਾਅ ਦੇ ਨਾਲ ਵੇਖਦਾ ਰਹਿੰਦਾ ਸੀਗਾ ਅਤੇ ਇਹਨਾਂ ਦਾ ਉਸਦੇ ਉੱਤੇ ਬੜਾ ਪ੍ਰਭਾਵ ਪਿਆ। ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਰੁਚੀ ਸਰਗੋਧੇ ਦੇ ਮਾਸਟਰ ਲਾਲਾ ਕੁੰਦਨ ਲਾਲ ਨੇ ਜਗਾਈ ਅਤੇ ਉਸਨੇ 7ਵੀਂ ਵਿੱਚ ਪੜ੍ਹਦੇ ਲੇਖਕ ਨੂੰ ਮੈਕਾਲੇ ਦੇ ਲੇਖਾਂ ਦੀ ਕਿਤਾਬ ਪੜ੍ਹਾ ਦਿੱਤੀ ਸੀ। ਉਸਨੇ ਲੇਖਕ ਦੀ ਥੀਏਟਰ ਵਿੱਚ ਵੀ ਰੁਚੀ ਜਗਾਈ। ਉਸ ਉੱਪਰ ਚੰਦਰਹਾਸ ਬਿਕੁਰਾਂਜੀਤ ਅਤੇ ਰਾਣਾ ਪ੍ਰਤਾਪ ਨਾਲ ਸੰਬੰਧਿਤ ਕੌਮੀ ਉੱਚਤਾ ਵਾਲੇ ਨਾਟਕਾਂ ਦਾ ਬੜਾ ਪ੍ਰਭਾਵ ਪਿਆ ਅਤੇ ਇਹਨਾਂ ਪ੍ਰਭਾਵਾਂ ਕਰਕੇ ਹੀ ਲੇਖ 7ਵੀਂ 'ਚ ਪੜ੍ਹਦਿਆਂ ਹੀ ਅੰਗਰੇਜ਼ੀ ਵਿੱਚ ਲਿਖਣ ਲੱਗ ਪਿਆ ਸੀਗਾ। ਠੀਕ ਹੈ। ਅਤੇ ਅਗਲਾ ਪਾਠ ਹੈ ਆਪਣਾ ਧੂੜ ਭਰੇ ਰਾਹ ਪ੍ਰਿੰਸੀਪਲ ਸਾਹਿਬ ਸਿੰਘ ਜੀ ਦਾ। ਪ੍ਰਿੰਸੀਪਲ ਸਾਹਿਬ ਸਿੰਘ ਨੂੰ ਅੱਗੇ ਵਧਣ ਦੀ ਪ੍ਰੇਰਨਾ ਕਿੱਥੋਂ ਮਿਲਦੀ ਰਹੀ, ਇਸ ਪਾਠ ਦੇ ਆਧਾਰ 'ਤੇ ਦੱਸਣਾ ਹੈ। ਪ੍ਰਿੰਸੀਪਲ ਸਾਹਿਬ ਸਿੰਘ ਨੂੰ ਅੱਗੇ ਜਾਣ ਦੀ ਪ੍ਰੇਰਨਾ ਹੈ ਜੋ ਉਹ ਸਿੱਧੇ ਰੂਪ ਵਿੱਚ ਨਹੀਂ ਸਗੋਂ ਅਸਿੱਧੇ ਰੂਪ ਦੇ ਵਿੱਚ ਮਿਲੀ। ਇੱਕ ਅਧਿਆਪਕ ਕਾਜ਼ੀ ਜਲਾਲਦੀਨ ਨੇ ਕਿਹਾ ਉਸਦਾ ਪਿਤਾ ਬੱਚੇ ਨੂੰ ਮਿਡਲ ਜ਼ਰੂਰ ਪੜ੍ਹਾਵੇ। ਪੰਡਤ ਸ਼ਿਵਦਿਆਲ ਨੇ ਉਸਨੂੰ ਚੰਗੇ ਮੁੰਡਿਆਂ ਦੀਆਂ ਕਾਪੀਆਂ ਲੈ ਕੇ ਦਿੱਤੀਆਂ। ਇਸ ਤੋਂ ਮਗਰੋਂ ਪੰਡਤ ਜੀ ਨੇ ਉਸਨੂੰ ਸਹਾਇਤਾ ਦਾ ਵਚਨ ਦੇ ਕੇ ਡਾਕਖਾਨੇ ਦੀ ਨੌਕਰੀ ਛੁਡਵਾ ਕੇ ਲਾਹੌਰ ਕਾਲਜ ਵਿੱਚ ਦਾਖਲਾ ਕਰਾ ਦਿੱਤਾ ਅਤੇ ਉਸਦੀ ਪੜ੍ਹਾਈ ਵਿੱਚ ਅੱਗੇ ਵਧਣ ਦਾ ਰਾਹ ਆਰੰਭ ਕੀਤਾ। ਪ੍ਰਿੰਸੀਪਲ ਸਾਹਿਬ ਸਿੰਘ ਦੇ ਸਵੈ ਜੀਵਨੀ ਅੰਸ਼ ਧੂੜ ਭਰੇ ਰਾਹ ਵਿੱਚ ਉਸ ਸਮੇਂ ਦੀ ਸਕੂਲੀ ਸਿੱਖਿਆ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਹੈ। ਇਸ ਸਵੈ ਜੀਵਨੀ ਵਿੱਚ ਸਾਨੂੰ ਉਸ ਸਮੇਂ ਦੇ ਸਕੂਲੀ ਸਿੱਖਿਆ ਬਾਰੇ ਬੜੀ ਜਾਣਕਾਰੀ ਮਿਲਦੀ ਹੈ। ਪਹਿਲੀ ਗੱਲ ਇਹ ਹੈ ਕਿ ਉਸ ਸਮੇਂ ਸਕੂਲ ਬਹੁਤ ਹੀ ਘੱਟ ਹੁੰਦੇ ਸੀ, ਇਸ ਕਰਕੇ ਲੇਖਕ ਨੂੰ ਪਿੰਡ ਵਿੱਚ ਹੀ ਮੀਆਂ ਹਯਾਤ ਖਾਂ ਸ਼ਾਹ ਕੋਲ ਪੜ੍ਹਨ ਲਈ ਲਾ ਦਿੱਤਾ ਸੀ। ਪ੍ਰਾਇਮਰੀ ਅਤੇ ਮਿਡਲ ਦੀਆਂ ਸਕੂਲ ਜਿਹੜਾ ਕਸਬਿਆਂ ਜਾਂ ਸ਼ਹਿਰਾਂ ਵਿੱਚ ਹੁੰਦੇ ਸੀ। ਹਾਈ ਸਕੂਲ ਵੱਡੇ ਕਸਬਿਆਂ ਜਾਂ ਵੱਡੇ ਸ਼ਹਿਰਾਂ ਵਿੱਚ ਹੁੰਦੇ ਸੀ। ਕਾਲਜ ਤਾਂ ਲਾਹੌਰ ਵਰਗੇ ਸ਼ਹਿਰਾਂ ਵਿੱਚ ਹੀ ਹੁੰਦੇ ਸੀ। ਸਿੱਖਿਆ ਦੇਣ ਲਈ ਹਿੰਦੂ ਸਿੱਖ ਮੁਸਲਮਾਨ ਅਧਿਆਪਕ ਹੁੰਦੇ ਸਨ। ਉਹ ਬੜੀ ਮਿਹਨਤ ਅਤੇ ਸੱਚੀ ਲਗਨ ਦੇ ਨਾਲ ਪੜ੍ਹਾਉਂਦੇ ਸੀ। ਮੁੱਢਲੀ ਸਿੱਖਿਆ ਦਾ ਪੜ੍ਹਾਈ ਦਾ ਇਮਤਿਹਾਨ ਲੈਣ ਲਈ ਇੰਸਪੈਕਟਰ ਆਉਂਦੇ ਸਨ। ਲਾਇਕ ਵਿਦਿਆਰਥੀਆਂ ਨੂੰ ਸ਼ਾਬਾਸ਼ ਦਿੰਦੇ ਸੀ। ਮਿਡਲ ਦੀਆਂ ਕਲਾਸਾਂ ਵਿੱਚ ਰੇਖਾ ਗਣਿਤ ਪੜ੍ਹਾਇਆ ਜਾਂਦਾ ਸੀ। ਸਕੂਲਾਂ ਵਿੱਚ ਉਰਦੂ ਫਾਰਸੀ ਸੰਸਕ੍ਰਿਤ ਅਤੇ ਅੰਗਰੇਜ਼ੀ ਪੜ੍ਹਾਈ ਜਾਂਦੀ ਸੀ। ਹੋਣਹਾਰ ਵਿਦਿਆਰਥੀਆਂ ਨਾਲ ਸਕੂਲ ਦੇ ਅਧਿਆਪਕ ਬੜਾ ਮੋਹ ਕਰਦੇ ਸੀਗੇ ਅਤੇ ਉਹਨਾਂ ਦੀ ਸਮੇਂ-ਸਮੇਂ 'ਤੇ ਮਦਦ ਵੀ ਕਰਦੇ ਰਹਿੰਦੇ ਸੀ। ਪ੍ਰਿੰਸੀਪਲ ਸਾਹਿਬ ਸਿੰਘ ਨੂੰ ਆਪਣੀ ਵਿਦਿਆਰਥੀ ਜੀਵਨ ਵਿੱਚ ਕਿਸ ਪ੍ਰਕਾਰ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ, ਸੰਖੇਪ ਵਿੱਚ ਦੱਸਣਾ। ਪ੍ਰਿੰਸੀਪਲ ਸਾਹਿਬ ਸਿੰਘ ਨੂੰ ਆਪਣੀ ਵਿਦਿਆਰਥੀ ਜੀਵਨ ਵਿੱਚ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਉਸਦੇ ਘਰ ਵਿੱਚ ਇੰਨੀ ਗਰੀਬੀ ਸੀ ਕਿ 10ਵੀਂ ਵਿੱਚ ਦਾਖਲੇ ਦੀ ਪ੍ਰੀਖਿਆ ਉਸਦੀ ਭੂਆ ਨੇ ਆਪਣੇ ਗਹਿਣੇ ਗਿਰਵੀ ਰੱਖ ਕੇ ਦਿੱਤੀ ਸੀ। ਪ੍ਰਿੰਸੀਪਲ ਸਾਹਿਬ ਸਿੰਘ ਜੀ ਬੜੇ ਮਿਹਨਤੀ ਅਤੇ ਹੋਣਹਾਰ ਸੀ। ਉਹ ਪੈਸੇ ਦੇ ਕਾਰਨ ਹੀ ਕਾਲਜ ਦੀ ਪੜ੍ਹਾਈ ਨਾ ਕਰ ਸਕਿਆ ਅਤੇ ਡਾਕਖਾਨੇ ਦੀ ਨੌਕਰੀ ਕਰਨ ਲੱਗਿਆ। ਉਸ ਨੂੰ ਆਪਣੇ ਅਧਿਆਪਕ ਪੰਡਿਤ ਬਿਤਸਤਾ ਪ੍ਰਸਾਦ ਨੂੰ ਚਿੱਠੀ ਲਿਖ ਕੇ ਅੱਗੇ ਪੜ੍ਹਨ ਲਈ ਆਪਣੀ ਰੁਚੀ ਬਾਰੇ ਦੱਸਿਆ। ਉਸ ਨੂੰ ਪਤਾ ਸੀ ਕਿ ਇਸ ਨੌਕਰੀ ਦੇ ਨਾਲ ਉਹ ਉਹਦੇ ਪਰਿਵਾਰ ਤੋਂ ਕਰਜ਼ੇ ਦਾ ਭਾਰ ਨਹੀਂ ਲੈਣਾ। ਅਧਿਆਪਕ ਨੇ ਉਸ ਨੂੰ ਆਪਣੇ ਕੋਲ ਸੱਦ ਲਿਆ ਅਤੇ ਕੱਪੜੇ ਸਵਾ ਕੇ ਦਿੱਤੇ ਅਤੇ ਗੌਰਮੈਂਟ ਕਾਲਜ ਵਿੱਚ ਦਾਖਲ ਕਰਵਾ ਦਿੱਤਾ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪ੍ਰਿੰਸੀਪਲ ਸਾਹਿਬ ਸਿੰਘ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਮੁੱਖ ਰੂਪ ਵਿੱਚ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅਗਲਾ ਜੋ ਪ੍ਰਸ਼ਨ ਹੈ ਉਹ ਹੈ, ਪ੍ਰਿੰਸੀਪਲ ਸਾਹਿਬ ਸਿੰਘ ਨੇ ਡਾਕਖਾਨੇ ਦੀ ਨੌਕਰੀ ਕਿਉਂ ਛੱਡੀ? ਨੌਕਰੀ ਛੱਡਣ ਉਪਰੰਤ ਉਸਨੇ ਕੀ ਕੰਮ ਕੀਤਾ? ਪ੍ਰਿੰਸੀਪਲ ਸਾਹਿਬ ਸਿੰਘ ਨੇ ਡਾਕਖਾਨੇ ਦੀ ਨੌਕਰੀ ਛੱਡਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਸਨੂੰ ਪਤਾ ਲੱਗਣ ਲੱਗ ਪਿਆ ਸੀ ਕਿ ਉਸਦੇ ਘਰ ਦੇ ਕਰਜ਼ਾਈ ਸਨ ਅਤੇ ਉਸਦੀ ਤਨਖਾਹ ਸੂਦ ਲਈ ਵੀ ਪੂਰੀ ਨਹੀਂ ਸੀ ਉਤਰਦੀ। ਇਸ ਕਰਕੇ ਉਸਨੇ ਸੋਚਿਆ ਕਿ ਇਸ ਨੌਕਰੀ ਨਾਲ ਕਰਜ਼ਾ ਕਦੇ ਨਹੀਂ ਮੁੱਕਣਾ। ਪਰ ਜੇਕਰ ਉਹ BA ਕਰ ਲਵੇ ਤਾਂ 2-4 ਸਾਲਾਂ ਵਿੱਚ ਹੀ ਉਸਦੇ ਲੈਣ ਦੀ ਸੰਭਾਵਨਾ ਸੀ, ਮਤਲਬ ਕਰਜ਼ਾ ਲੈ ਜਾਣ ਦੀ ਸੰਭਾਵਨਾ ਸੀ। ਇਸ ਪਿੱਛੋਂ ਉਸਨੇ ਪੰਡਿਤ ਬਿਤਸਤਾ ਪ੍ਰਸਾਦ ਵੱਲੋਂ ਸਹਾਇਤਾ ਦਾ ਵਿਸ਼ਵਾਸ ਮਿਲਣ 'ਤੇ ਮਨ ਕਰੜਾ ਕਰਕੇ ਨੌਕਰੀ ਛੱਡ ਦਿੱਤੀ ਅਤੇ ਗੌਰਮੈਂਟ ਕਾਲਜ ਲਾਹੌਰ ਵਿੱਚ BA ਦੀ ਪੜ੍ਹਾਈ ਪੂਰੀ ਕਰਨ ਲਈ ਦਾਖਲ ਹੋ ਗਿਆ। ਅਤੇ ਅਗਲਾ ਮਹੱਤਵਪੂਰਨ ਪ੍ਰਸ਼ਨ ਹੈ ਕਿ ਇਹਦੇ ਵਿੱਚ ਪ੍ਰਿੰਸੀਪਲ ਸਾਹਿਬ ਸਿੰਘ ਜੀ ਜਿਹੜੀ ਸ਼ਖਸੀਅਤ ਹੈ ਉਸ ਬਾਰੇ ਆਪਾਂ ਦੱਸਣਾ ਹੈਗਾ ਵੀ ਉਹਨਾਂ ਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਸੀ। ਤਾਂ ਇਸ ਪ੍ਰਸ਼ਨ ਦੇ ਉੱਤਰ 'ਚ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਪ੍ਰਿੰਸੀਪਲ ਸਾਹਿਬ ਸਿੰਘ ਜਿਹੜਾ ਹੈਗਾ ਵਿਦਿਆਰਥੀ ਦੇ ਰੂਪ ਦੇ ਵਿੱਚ ਬੜੇ ਲਾਇਕ ਸੀਗੇ ਅਤੇ ਉਹਨਾਂ ਨੇ 8ਵੀਂ ਰਾਵਲਪਿੰਡੀ ਡਿਵੀਜ਼ਨ ਵਿੱਚੋਂ ਫਸਟ ਰਹਿ ਕੇ ਅਤੇ ਵਜ਼ੀਫਾ ਲੈ ਕੇ ਪਾਸ ਕੀਤੀ ਸੀ। 9ਵੀਂ 10ਵੀਂ ਦੇ ਵਿੱਚ ਉਹਨਾਂ ਨੇ ਸੰਸਕ੍ਰਿਤ ਨੂੰ ਬੜੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਸਿੱਖ ਲਈ ਸੀ। 10ਵੀਂ ਪਾਸ ਕਰਨ ਤੱਕ ਉਸਨੇ ਉਰਦੂ, ਫਾਰਸੀ, ਗੁਰਮੁਖੀ, ਦੇਵਨਾਗਰੀ, ਸੰਸਕ੍ਰਿਤ, ਅੰਗਰੇਜ਼ੀ ਅਤੇ ਗਣਿਤ ਦਾ ਕਾਫੀ ਗਿਆਨ ਪ੍ਰਾਪਤ ਕਰ ਲਿਆ ਸੀ। ਬਾਲਕ ਦੇ ਰੂਪ ਵਿੱਚ ਉਹ ਬੜਾ ਨਿਡਰ ਸੀ, ਪਰ ਉਹ ਆਰਥਿਕ ਔਕੜਾਂ ਦੇ ਵਿੱਚ ਘਿਰਿਆ ਰਹਿੰਦਾ ਸੀਗਾ ਅਤੇ ਉਸ ਦਾ ਵਿਆਹ ਵਿਦਿਆਰਥੀ ਜੀਵਨ ਦੇ ਵਿੱਚ ਹੀ ਹੋ ਗਿਆ ਸੀ। ਉਹ ਮੌਲਿਕ ਸੂਝ ਦਾ ਮਾਲਕ ਸੀ ਅਤੇ ਆਪਣੇ ਇਸ ਗੁਣ ਨਾਲ ਉਸਨੇ ਆਪਣੇ ਉਕਲੈਦਸ ਦੇ ਅਧਿਆਪਕ ਨੂੰ ਪ੍ਰਭਾਵਿਤ ਕੀਤਾ। ਉਸਦੀ ਸੰਸਕ੍ਰਿਤ ਵਿੱਚ ਵਿਸ਼ੇਸ਼ ਦਿਲਚਸਪੀ ਸੀਗੀ ਅਤੇ ਉਸਨੇ ਉਸ ਨੂੰ ਬੜੇ ਸ਼ੌਕ ਅਤੇ ਤੇਜ਼ੀ ਦੇ ਨਾਲ ਸਿੱਖ ਲਿਆ ਸੀ। ਉਹ ਵਰਜਿਸ਼ ਦੌੜ ਨਾਲ ਆਪਣੀ ਸਿਹਤ ਨੂੰ ਚੰਗੀ ਬਣਾਉਣ ਦਾ ਯਤਨ ਕਰਦਾ ਰਹਿੰਦਾ ਸੀ। ਉਹ ਅਣਖੀਲਾ ਅਤੇ ਹਾਜ਼ਰ ਜਵਾਬ ਵੀ ਸੀ। ਉਸਦੀ ਸ਼ਖਸੀਅਤ ਵਿੱਚ ਨਿਰਮਾਣਤਾ ਦਾ ਗੁਣ ਵੀ ਮੌਜੂਦ ਸੀ। ਲੇਖਕ ਦੇ ਰੂਪ ਵਿੱਚ ਉਹ ਅਨੁਭਵੀ ਅਤੇ ਸੁਹਿਰਦ ਵਿਅਕਤੀ ਸੀਗਾ। ਅਤੇ ਅਗਲਾ ਜੋ ਸਾਡਾ ਪਾਠ ਹੈ ਉਹ ਹੈਗਾ ਚੌਥਾ, ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਲਿਖਿਆ ਹੋਇਆ ਹੈ। ਇਸ ਦੇ ਪਹਿਲਾ ਪ੍ਰਸ਼ਨ ਹੈ, ਲੇਖਕ ਆਪਣੀ ਸਵਿਸ ਮੇਜ਼ਬਾਨ ਦਾ ਉਸਦੇ ਕਿਹੜੇ ਗੁਣਾਂ ਕਰਕੇ ਪ੍ਰਸ਼ੰਸਕ ਬਣ ਗਿਆ? ਲੇਖਕ ਆਪਣੀ ਸਵਿਸ ਮੇਜ਼ਬਾਨ ਦਾ ਉਹਦੇ ਬਹੁਤ ਸਾਰੇ ਗੁਣਾਂ ਕਰਕੇ ਪ੍ਰਸ਼ੰਸਕ ਬਣ ਗਿਆ। ਉਹ 1-2 ਦਿਨਾਂ ਵਿੱਚ ਲੇਖਕ ਦੀ ਰੋਜ਼ਾਨਾ ਘਰ ਵਾਪਸੀ ਦੀ ਉਡੀਕ ਕਰਨ ਲੱਗੀ। ਉਹ ਆਪਣੇ ਘਰ ਨੂੰ ਸ਼ਿੰਗਾਰ ਕੇ ਰੱਖਦੀ ਸੀ। ਮੇਜ਼ਬਾਨ ਪ੍ਰਸ਼ੰਸਾ ਦੇ ਹੁਨਰ ਵਿੱਚ ਬੜੀ ਮਾਹਰ ਸੀ, ਪਰ ਜਿਹੜੀ ਪ੍ਰਸ਼ੰਸਾ ਉਸਦੀ ਮੇਜ਼ਬਾਨ ਕਰਦੀ ਸੀ ਉਹ ਸਾਰੇ ਦਿਨਾਂ ਦੀ ਥਕਾਵਟ ਉਹ ਕੁਝ ਲਫ਼ਜ਼ਾਂ ਦੇ ਨਾਲ ਹੀ ਦੂਰ ਕਰ ਦਿੰਦੀ ਸੀ। ਲੇਖਕ ਨੇ ਸਵਿਸ ਲੋਕਾਂ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਸੀਗੀਆਂ? ਲੇਖਕ ਸਵਿਸ ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ। ਉਸ ਨੂੰ ਉਹਨਾਂ ਦੇ ਸੁਭਾਅ ਜੋ ਕਿ ਬਹੁਤ ਹੀ ਜ਼ਿਆਦਾ ਪਿਆਰ ਅਤੇ ਮਿਠਾਸ ਭਰਿਆ ਸੀ ਬੜਾ ਚੰਗਾ ਲੱਗਿਆ। ਉੱਥੋਂ ਦੇ ਲੋਕ ਬੜੇ ਸਫਾਈ ਪਸੰਦ ਸੀ। ਉਹ ਮਹਿਮਾਨਾਂ ਦੀ ਬੜੀ ਇੱਜ਼ਤ ਅਤੇ ਪ੍ਰਸ਼ੰਸਾ ਕਰਦੇ ਸਨ। ਲੇਖਕ ਦੀ ਮੇਜ਼ਬਾਨ ਉਸ ਦੀ ਬੜੀ ਫਿਕਰ ਹੁੰਦੀ ਸੀ। ਉਸ ਨੂੰ ਉੱਥੇ ਕਿਤੇ ਵੀ ਕੋਈ ਕੰਗਾਲ ਕੋਠੜੀ ਦੇਖਣ ਨੂੰ ਨਾ ਮਿਲੀ। ਲੇਖਕ ਨੂੰ ਸਵਿਸ ਲੋਕਾਂ ਵਿੱਚ ਮਨੁੱਖੀ ਵਿਤਕਰਾ ਬਹੁਤ ਘੱਟ ਲੱਗਿਆ, ਇਸ ਲਈ ਲੇਖਕ ਨੂੰ ਉੱਥੇ ਦੇ ਲੋਕਾਂ ਵਿੱਚ ਕਈ ਗੁਣ ਚੰਗੇ ਮਿਲੇ। ਇੱਥੋਂ ਦੇ ਲੋਕ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਦੇ ਸਨ। ਸ਼ੁਭ ਇੱਛਾਵਾਂ, ਪ੍ਰਸ਼ੰਸਾ ਕਰਨ ਦਾ ਢੰਗ ਅਤੇ ਉੱਚਾ ਜੀਵਨ ਪੱਧਰ ਆਦਿ ਗੱਲਾਂ ਉਸ ਨੂੰ ਬੜੀਆਂ ਚੰਗੀਆਂ ਲੱਗੀਆਂ। ਅਗਲਾ ਪ੍ਰਸ਼ਨ ਹੈ, ਲੇਖਕ ਦੀ ਸ਼ਖਸੀਅਤ ਦੇ ਉਹ ਕਿਹੜੇ ਗੁਣ ਹਨ ਜਿਨ੍ਹਾਂ ਸਦਕਾ ਉਹ ਹਰ ਨਵੀਂ ਥਾਂ ਚੰਗੇ ਮਨੁੱਖੀ ਸੰਬੰਧ ਬਣਾ ਲੈਂਦਾ ਸੀ? ਇਸ ਪਾਠ ਦੇ ਆਧਾਰ 'ਤੇ ਦੱਸਣਾ ਹੈ। ਲੇਖਕ ਦੀ ਸ਼ਖਸੀਅਤ ਵਿੱਚ ਅਜਿਹੇ ਗੁਣ ਸਨ ਜਿਨ੍ਹਾਂ ਸਦਕਾ ਉਹ ਬਹੁਤ ਜਲਦੀ ਨਵੀਂ ਥਾਂ 'ਤੇ ਆਪਣੇ ਸੰਬੰਧ ਸਥਾਪਿਤ ਕਰ ਲੈਂਦਾ ਸੀ। ਸਭ ਤੋਂ ਵੱਡਾ ਗੁਣ ਇਹ ਸੀ ਕਿ ਉਸਨੂੰ ਉਸਦੇ ਸਾਰੇ ਦੇਸ਼ਾਂ ਦੇ ਲੋਕ ਚੰਗੇ ਲੱਗਦੇ ਸਨ। ਸਾਰੀਆਂ ਧਰਤੀਆਂ ਚੰਗੀਆਂ ਲੱਗਦੀਆਂ। ਜੋ ਵੀ ਉਸਨੂੰ ਪਿਆਰ ਜਤਾਉਂਦਾ ਉਹ ਝੱਟ ਹੀ ਉਸਦਾ ਬਣ ਜਾਂਦਾ। ਇਸ ਕਰਕੇ ਉਹ ਆਪਣੀ ਮੇਜ਼ਬਾਨ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਗਿਆ ਸੀ। ਲੇਖਕ ਅੰਦਰ ਮਨੁੱਖ ਨੂੰ ਜਾਣਨ ਅਤੇ ਸਮਝਣ ਦੀ ਪ੍ਰਬਲ ਇੱਛਾ ਹੈ। ਉਸਦੇ ਅੰਦਰ ਪਿਆਰ, ਮਿਠਾਸ ਅਤੇ ਆਦਿ ਗੁਣਾਂ ਕਰਕੇ ਉਹ ਹਰ ਥਾਂ ਆਪਣੇ ਚੰਗੇ ਸੰਬੰਧ ਬਣਾ ਲੈਂਦਾ ਹੈ। ਉਹ ਸਫਾਈ ਪਸੰਦ ਇਨਸਾਨ ਹੈ। ਉਸਨੂੰ ਜਿੱਥੇ ਸਫਾਈ ਅਤੇ ਸਜਾਵਟ ਦਿਸਦੀ ਹੈ ਉਹ ਪ੍ਰਸ਼ੰਸਾ ਕਰਦਾ ਹੈ। ਉਹ ਦੇਸ਼ ਦੀਆਂ ਹੱਦਬੰਦੀਆਂ ਪਸੰਦ ਨਹੀਂ ਕਰਦਾ। ਅਗਲਾ ਪ੍ਰਸ਼ਨ, ਲੇਖਕ ਅਨੁਸਾਰ ਮਨੁੱਖ ਹੋਣ ਦਾ ਜਿਹੜਾ ਸਵਾਦ ਕਦੋਂ ਆਵੇਗਾ? ਇਸ ਪਾਠ ਦੇ ਆਧਾਰ 'ਤੇ ਦੱਸੋ। ਇਸ ਪਾਠ ਦੇ ਆਧਾਰ 'ਤੇ ਮਨੁੱਖ ਨੂੰ ਮਨੁੱਖ ਹੋਣ ਦਾ ਸਵਾਦ ਹੇਠ ਲਿਖੇ ਅਨੁਸਾਰ ਹੋ ਸਕਦਾ ਹੈ। ਰਾਹ ਦਾ ਲੈਣ ਵਿੱਚ ਮੁਸ਼ਕਲ ਨਾ ਆਉਣੀ। ਲੇਖ ਦੱਸਦਾ ਕਿ ਜਦੋਂ ਉਸਨੂੰ ਇੱਕ ਵਾਰ ਜਰਮਨੀ ਤੋਂ ਨਿਕਲ ਕੇ ਜ਼ਿਊਰਿਖ ਦੀ ਥਾਂ ਮੁੜ ਜਰਮਨੀ ਵਿੱਚ ਦਾਖਲ ਹੋਣਾ ਪਿਆ ਤਾਂ ਉਸਨੂੰ ਰਾਹਦਾਰੀ ਲੈਣ ਵਿੱਚ ਕੁਝ ਖਾਸ ਮੁਸ਼ਕਲ ਨਹੀਂ ਆਈ। ਹੁਣ ਰਾਹਦਾਰੀ ਦਾ ਮਤਲਬ ਕੀ ਹੈ? ਜਿਵੇਂ ਆਪਾਂ ਵੀਜ਼ਾ ਲੈਂਦੇ ਹਾਂ, ਪਾਸਪੋਰਟ ਬਣਾ ਕੇ, ਹੈ ਨਾ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਵਿੱਚ, ਕੰਟਰੀ ਦੇ ਵਿੱਚ, ਉਹ ਗੱਲ ਹੈਗੀ ਹੈ।
ਦੂਸਰਾ ਹੈ ਮਨੁੱਖ ਵਿੱਚ ਘਟੀਆ ਅਹਿਸਾਸ ਪੈਦਾ ਕਰਾਉਣਾ। ਲੇਖਕ ਕਹਿੰਦਾ ਹੈ ਕਿ ਸਾਰੀ ਦੁਨੀਆ ਵਿੱਚ ਹਰ ਕਿਸੇ ਦਾ ਦੇਸ਼ ਹੈ। ਲੇਖਕ ਦਾ ਕਹਿਣਾ ਹੈ ਕਿ ਮੁਲਕਾਂ ਦੀਆਂ ਸਰਹੱਦਾਂ 'ਤੇ ਪੁਲਿਸ ਦਾ ਪ੍ਰਮਾਣ ਪੱਤਰ ਅਤੇ ਸਮਾਨ ਖੁੱਲ੍ਹਣਾ ਮਨੁੱਖ ਵਿੱਚ ਘਟੀਆ ਹੋਣ ਦਾ ਅਹਿਸਾਸ ਪੈਦਾ ਕਰਦਾ ਹੈ। ਮਨੁੱਖ ਹੋਣ ਦਾ ਪੂਰਾ ਸਵਾਦ ਆਉਣਾ। ਲੇਖਕ ਅਨੁਸਾਰ ਕਹਿੰਦਾ ਹੈ ਕਿ ਮਨੁੱਖ ਹੋਣ ਦਾ ਪੂਰਾ ਸਵਾਦ ਮਨੁੱਖ ਨੂੰ ਉਦੋਂ ਹੀ ਆਵੇਗਾ ਜਦੋਂ ਮਨੁੱਖ ਦੇ ਮੂੰਹ ਦੇ ਲਫ਼ਜ਼ ਲਿਖੇ ਹੋਏ ਅਸ਼ਟਾਮ ਨਾਲੋਂ ਵਧੇਰੇ ਇਤਬਾਰੀ ਗਿਣੇ ਜਾਣਗੇ ਅਤੇ ਕਿਸੇ ਪਾਸਪੋਰਟ ਜਾਂ ਰਾਹਦਾਰੀ ਪੱਤਰ ਦੀ ਲੋੜ ਨਹੀਂ ਰਹੇਗੀ। ਅਗਲਾ ਪ੍ਰਸ਼ਨ ਹੈ, ਇਸ ਪਾਠ ਦੇ ਵਿੱਚ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕਈ ਥਾਂ ਬੜੀਆਂ ਭਾਵਪੂਰਤ ਟਿੱਪਣੀਆਂ ਕੀਤੀਆਂ ਨੇ। ਇਹਨਾਂ ਤੋਂ ਉਸਦੀ ਸ਼ਖਸੀਅਤ ਬਾਰੇ ਕੀ ਝਾਤ ਪੈਂਦੀ ਹੈ। ਇਹਦੇ ਵਿੱਚ ਆਪਾਂ ਲੇਖਕ ਦੀ ਸ਼ਖਸੀਅਤ ਦੱਸਣੀ ਹੈਗੀ ਆ ਆਪਣਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ, ਅਤੇ ਉਹਦੇ ਬਾਰੇ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਲੇਖਕ ਜਿਹੜਾ ਹੈ ਕਈ ਥਾਂ 'ਤੇ ਆਪਣੀਆਂ ਟਿੱਪਣੀਆਂ ਕਰਦਾ ਹੈ। ਜਿਵੇਂ ਉਹ ਕਹਿੰਦਾ ਹੈਗਾ ਕਿ ਮਨੁੱਖ ਦਾ ਮਨੁੱਖ ਨਾਲ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ। ਅਤੇ ਇਹਦਾ ਮਤਲਬ ਕੀ ਹੈਗਾ ਵੀ ਇਸ ਟਿੱਪਣੀ ਤੋਂ ਪਤਾ ਲੱਗਦਾ ਹੈ ਕਿ ਉਸਦਾ ਵਿਸ਼ਵਾਸ ਹੈ ਕਿ ਮਨੁੱਖ ਦੇ ਅੰਦਰ ਦੂਸਰੇ ਪ੍ਰਤੀ ਪਿਆਰ ਦੀ ਜਿਹੜੀ ਭਾਵਨਾ ਹੈ ਉਹ ਮਨੁੱਖ ਨੂੰ ਹੋਰ ਦਾ ਹੋਰ ਬਣਾ ਦਿੰਦੀ ਹੈਗੀ ਆ। ਅਤੇ ਇਸ ਤੋਂ ਇਲਾਵਾ ਮਨੁੱਖ ਹੋਣ ਦਾ ਸਵਾਦ ਪੂਰਾ ਉਦੋਂ ਆਵੇਗਾ ਜਦੋਂ ਮਨੁੱਖ ਦੇ ਮੂੰਹ ਦੇ ਲਿਖੇ ਹੋਏ ਸ਼ਬਦ ਨੇ ਅਸ਼ਟਾਮ ਨਾਲੋਂ ਵਧੇਰੇ ਇਤਬਾਰੀ ਹੋਣਗੇ। ਅਤੇ ਇਸ ਟਿੱਪਣੀ ਦੇ ਆਧਾਰ 'ਤੇ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਉਸ ਨੂੰ ਜਿਹੜਾ ਹੈ ਉਹ ਆਪਸੀ ਸਾਂਝ ਅਤੇ ਵਿਸ਼ਵਾਸ ਭਰੀ ਦੁਨੀਆ ਦਾ ਸੁਪਨਾ ਲੈਣ ਵਾਲਾ ਵਿਅਕਤੀ ਹੈ। ਮਤਲਬ ਇਸ ਵਿੱਚ ਕਈ ਗੁਣ ਹੈਗੇ ਨੇ। ਅਤੇ ਦੂਸਰਿਆਂ ਨੂੰ ਸ਼ੁਭ ਇੱਛਾ ਦੇਣੀ ਉਹਨੂੰ ਚੰਗੀ ਲੱਗਦੀ ਹੈਗੀ ਆ। ਉਸ ਨੂੰ ਸਫਾਈ ਅਤੇ ਸਜਾਵਟ ਪਸੰਦ ਹੈਗੀ ਆ। ਠੀਕ ਹੈ, ਇਹ ਚੀਜ਼ਾਂ ਉਹਦੇ ਮਨ ਦੇ ਵਿੱਚ ਹੈਗੀਆਂ ਨੇ। ਭਾਵ ਅਸੀਂ ਕਹਿ ਸਕਦੇ ਹਾਂ ਕਿ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸ਼ਖਸੀਅਤ ਬੜੀ ਹੀ ਉੱਭਰਵੀਂ ਹੈਗੀ ਆ। ਅਗਲਾ ਪ੍ਰਸ਼ਨ ਹੈ ਪਾਠ ਹੈ 5ਵਾਂ, ਤਖਤ ਜਾਂ ਤਖਤਾ ਡਾਕਟਰ ਮਹਿੰਦਰ ਸਿੰਘ ਰੰਧਾਵਾ ਦਾ ਲਿਖਿਆ ਹੋਇਆ ਜਿਹੜਾ। ਦਿੱਲੀ ਦੇ ਡਿਪਟੀ ਕਮਿਸ਼ਨਰ ਲੱਗਣ ਉਪਰੰਤ ਡਾਕਟਰ ਰੰਧਾਵਾ ਨੇ ਪੇਸ਼ ਕੀ ਕਰਾਇਆ ਦੱਬਣ ਵਾਲੇ ਲਾਲਾ ਜੀ ਨੂੰ ਕਿਵੇਂ ਸਬਕ ਸਿਖਾਇਆ। ਜਨਵਰੀ 1932 ਵਿੱਚ ਡਾਕਟਰ ਰੰਧਾਵਾ ਨੇ ਜਦੋਂ ICS ਦੇ ਮੁਕਾਬਲੇ ਦੀ ਪ੍ਰੀਖਿਆ ਦੇਣ ਲਈ ਦਿੱਲੀ ਗਿਆ, ਉਸਨੇ ਆਪਣੀ ਠਹਿਰ ਮੈਟਕਾਫ ਹਾਊਸ ਦੇ ਕੋਲ ਕੀਤੀ। ਠਹਿਰ ਹੁੰਦਾ ਮਤਲਬ ਰਹਿਣਾ। ਇੱਕ ਨੌਜਵਾਨ ਲਾਲੇ ਨੇ ਛੋਟੇ ਜਿਹੇ ਕਮਰੇ ਦਾ 50 ਰੁਪਏ ਮਹੀਨਾ ਕਿਰਾਇਆ ਮੰਗਿਆ। ਅਗਲੇ ਦਿਨ ਜਦੋਂ ਲੇਖਕ ਆਪਣੀ ਕਿਤਾਬਾਂ ਅਤੇ ਬਿਸਤਰਾ ਚੁੱਕ ਕੇ ਉੱਥੇ ਗਿਆ ਤਾਂ ਲਾਲਾ ਸਾਫ਼ ਹੀ ਮੁੱਕਰ ਗਿਆ। ਪਰ ਲੇਖਕ ਦੇ ਮਨ ਨੂੰ ਬੜਾ ਦੁੱਖ ਹੋਇਆ ਕਿਉਂਕਿ ਉਸਨੇ ਉਸਨੂੰ 10 ਰੁਪਏ ਪੇਸ਼ਗੀ ਵੀ ਦਿੱਤੀ ਸੀ। 1946 ਵਿੱਚ ਲੇਖਕ ਦਿੱਲੀ ਦਾ ਡਿਪਟੀ ਕਮਿਸ਼ਨਰ ਬਣ ਗਿਆ ਤਾਂ ਲੇਖਕ ਨੇ ਉਸ ਦੀ ਕੋਠੀ ਵਿੱਚੋਂ ਲਾਲੇ ਨੂੰ ਲੱਭ ਲਿਆਂਦਾ ਅਤੇ ਉਸਨੇ 1932 ਵਿੱਚ ਇੱਕ ਸੁੱਖ ਮੁੰਡੇ ਦਾ 10 ਰੁਪਏ ਮਾਰਨ ਦੀ ਗੱਲ ਉਸਨੂੰ ਦੱਸੀ ਤਾਂ ਲਾਲਾ ਘਬਰਾ ਗਿਆ। ਪਰ ਲੇਖਕ ਨੇ ਉਸਨੂੰ 200 ਰੁਪਏ ਮਹਿਰੌਲੀ ਦੀ ਲਾਇਬ੍ਰੇਰੀ ਵਾਸਤੇ ਚੰਦਾ ਦੇਣ ਲਈ ਕਿਹਾ। ਇਸ ਤਰ੍ਹਾਂ ਲਾਲੇ ਨੇ ਚੰਦਾ ਦੇ ਕੇ ਆਪਣੀ ਜਾਨ ਛੁਡਾਈ। ਅਗਲਾ ਪ੍ਰਸ਼ਨ, ਲੇਖਕ ਨੇ ICS ਪਾਸ ਕਰਨ ਤੋਂ ਪਹਿਲਾਂ ਦੀ ਆਪਣੇ ਆਲੇ ਦੁਆਲੇ ਦੀ ਮੰਦਹਾਲੀ ਬਾਰੇ ਜੋ ਕੁਝ ਦੱਸਿਆ ਹੈ ਉਸਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਹੈ। ਲੇਖਕ ਨੇ MSc 1929 ਵਿੱਚ ਪਾਸ ਕੀਤੀ ਸੀ। ਇਸ ਤੋਂ ਪਹਿਲਾਂ ਲੇਖਕ ਨੂੰ ਆਲੇ ਦੁਆਲੇ ਦੀ ਮੰਦਹਾਲੀ ਕਾਰਨ ਨਿਰਾਸ਼ ਹੋਣਾ ਪਿਆ। ਖੇਤੀਬਾੜੀ ਦਾ ਹਾਲ ਮੰਦਾ ਸੀ। ਕਣਕ ਦਾ ਭਾਅ 1.5 ਰੁਪਏ ਮਣ ਸੀ। ਇਸ ਨਾਲ ਲਈ ਕਿਸਾਨ ਖੇਤੀ ਵਿੱਚ ਘੱਟ ਦਿਲਚਸਪੀ ਲੈਣ ਲੱਗੇ ਸੀ ਕਿਉਂਕਿ ਮਾੜੀ ਆਰਥਿਕ ਹਾਲਤ ਕਾਰਨ ਉਹ ਕਿਸ਼ਤਾਂ ਤੋਂ ਹੀ ਅਸਮਰੱਥ ਸਨ। ਇਸ ਮੰਦੀ ਹਾਲਤ ਕਰਕੇ ਹੋਰ ਕਿੱਤਿਆਂ 'ਤੇ ਵੀ ਪ੍ਰਭਾਵ ਪੈ ਰਿਹਾ ਸੀ। ਨੌਕਰੀ ਕਿਤੇ ਨਹੀਂ ਸੀ ਮਿਲਦੀ। ਇਸ ਵੇਲੇ ਅਮੀਰ ਲੋਕ ਗਰੀਬਾਂ ਦਾ ਚੰਗਾ ਸ਼ੋਸ਼ਣ ਕਰਦੇ ਸਨ। ਸਰਕਾਰੀ ਅਫਸਰ ਵੀ ਆਪਣੀ ਪਦਵੀ ਦੀ ਗਲਤ ਵਰਤੋਂ ਕਰਦੇ ਸਨ। ਲੇਖਕ ਨੂੰ ਵੀ ਮਜ਼ਹਬੀ ਸੋਚ ਅਤੇ ਖਰਾ ਨਾ ਉਤਰਨ ਕਰਕੇ ਲੈਕਚਰਾਰ ਦੀ ਨੌਕਰੀ ਨਾ ਮਿਲੀ। ਲੇਖਕ ਨੂੰ ਵੀ ਇੱਕ ਲਾਲੇ ਹੱਥੋਂ 10 ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਇਹ ਰਕਮ ਉਸਨੇ ਕਿਰਾਏ ਦੀ ਪੇਸ਼ਗੀ ਵਜੋਂ ਦਿੱਤੀ ਸੀ। ਪਰ ਲਾਲਾ ਸਾਫ਼ ਮੁੱਕਰ ਗਿਆ ਸੀ। ਬੀਕਾਨੇਰ ਦੇ ਪੰਜਾਬੀ ਕਿਸਾਨ ਮੰਦਵਾੜੇ ਕਾਰਨ ਕਿਸ਼ਤਾਂ ਨਹੀਂ ਸੀ ਤਾਰ ਸਕਦੇ। ਇਸ ਕਰਕੇ ਲੇਖਕ ਨੇ ਰਾਜੇ ਨੂੰ ਕਿਸ਼ਤਾਂ ਤਾਰਨ ਵਿੱਚ ਨਰਮੀ ਕਰਨ ਲਈ ਵੀ ਕਿਹਾ ਸੀਗਾ। ਅਗਲਾ ਪ੍ਰਸ਼ਨ, ਮੁਕਾਬਲੇ ਦੀ ਪ੍ਰੀਖਿਆ ਵਿੱਚ ਲੇਖਕ ਦੀ ਸਫਲਤਾ ਦਾ ਕੀ ਭੇਦ ਸੀ, ਇਸ ਪਾਠ ਦੇ ਆਧਾਰ 'ਤੇ ਦੱਸਣਾ ਹੈ। ਲੇਖਕ ਕੌਣ? ਡਾਕਟਰ ਮਹਿੰਦਰ ਸਿੰਘ ਰੰਧਾਵਾ। ਅਤੇ ਪਾਠ ਕਿਹੜਾ ਹੈ? ਤਖਤ ਜਾਂ ਤਖਤਾ। ਡਾਕਟਰ ਮਹਿੰਦਰ ਸਿੰਘ ਰੰਧਾਵਾ ਇੱਕ ਲਾਇਕ ਵਿਦਿਆਰਥੀ ਸੀ। ਉਸਨੂੰ ਜਦੋਂ ਕਿਤੇ ਨੌਕਰੀ ਨਾ ਮਿਲੀ ਤਾਂ ICS ਦਾ ਇਮਤਿਹਾਨ ਪਾਸ ਕਰਨ ਦਾ ਦ੍ਰਿੜ ਨਿਸ਼ਚਾ ਕੀਤਾ। ਇਸ ਪ੍ਰੀਖਿਆ ਵਿੱਚ ਕੁੱਲ 9-10 ਵਿਦਿਆਰਥੀ ਪੂਰੇ ਹਿੰਦੁਸਤਾਨ ਵਿੱਚ ਚੁਣੇ ਜਾਂਦੇ ਸਨ। ਉਸਨੇ ਬੀਕਾਨੇਰ ਕੋਲ ਗਾਜ ਸਿੰਘਪੁਰ ਜਾ ਕੇ ਇੱਕ ਛੱਪਰ ਛਤਾ ਲਿਆ। ਉਹ ਦਿਨ ਰਾਤ ਮਿਹਨਤ ਕਰਨ ਲੱਗਿਆ। ਉਸਨੇ ਪਹਿਲੀ ਵਾਰ 1931 ਵਿੱਚ ਪ੍ਰੀਖਿਆ ਦਿੱਤੀ ਪਰ ਉਸਦਾ 19ਵਾਂ ਨੰਬਰ ਆਇਆ। ਫਿਰ ਉਸਨੇ ਸੋਚਿਆ ਕਿ ਉਸਦੀ ਤਿਆਰੀ ਉਚਿਤ ਢੰਗ ਨਾਲ ਨਹੀਂ ਸੀ ਹੋਈ। ਉਸਨੇ ਹਿੰਮਤ ਨਾ ਹਾਰੀ, ਸਗੋਂ ਸਵੈ ਪੜਚੋਲ ਕੀਤੀ। ਜਨਵਰੀ 1933 ਵਿੱਚ ਉਸਨੇ ਮੋੜ ਇਮਤਿਹਾਨ ਦਿੱਤਾ। ਇਹ ਇਮਤਿਹਾਨ ਕਰੀਬ 1 ਮਹੀਨਾ ਚੱਲਦੇ ਰਹੇ ਪਰ ਲਿਖਤੀ ਤੋਂ ਬਾਅਦ ਫਿਰ ਮੌਖਿਕ ਪ੍ਰੀਖਿਆ ਹੋਈ, ਯਾਨੀ ਵਾਈਵਾ ਹੋਇਆ।
ਇਹ ਬਹੁਤ ਹੀ ਔਖਾ ਇਮਤਿਹਾਨ ਸੀ। ਲੇਖਕ ਦੂਸਰੀ ਵਾਰ ਦ੍ਰਿੜ ਸੰਕਲਪ, ਸਖਤ ਮਿਹਨਤ, ਆਤਮ ਵਿਸ਼ਵਾਸ ਤੇ ਸਵੈ ਪੜਚੋਲ ਨਾਲ ਸਫਲ ਹੋ ਗਿਆ। ਉਸਨੇ ਦੇਸ਼ ਵਿੱਚੋਂ 5ਵਾਂ ਨੰਬਰ ਪ੍ਰਾਪਤ ਕੀਤਾ, ਜਦ ਕਿ ਕੁੱਲ 9 ਵਿਅਕਤੀ ਰੱਖੇ ਜਾਣੇ ਸੀਗੇ। ਇਸ ਤਰ੍ਹਾਂ ਉਹਦੀ ਸਿਲੈਕਸ਼ਨ ਹੋ ਗਈ। ਅਗਲਾ ਪ੍ਰਸ਼ਨ ਹੈ ਜੋ ਸਰ ਸੁੰਦਰ ਸਿੰਘ ਮਜੀਠੀਆ ਨਾਲ ਡਾਕਟਰ ਰੰਧਾਵਾ ਦੀ ਜੋ ਵਾਰਤਾਲਾਪ ਹੋਈ ਉਸਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਖਾਲਸਾ ਕਾਲਜ ਵਿੱਚ ਬੋਟਨੀ ਦੇ ਲੈਕਚਰਰ ਦੀ ਨੌਕਰੀ ਪ੍ਰਾਪਤ ਕਰਨ ਲਈ ਲੇਖਕ ਡਾਕਟਰ ਰੰਧਾਵਾ ਉੱਥੋਂ ਦੇ ਬੋਟਨੀ ਦੇ ਪ੍ਰੋਫੈਸਰ ਚਰਨ ਸਿੰਘ ਦੀ ਸਲਾਹ ਅਨੁਸਾਰ ਕਾਲਜ ਦੇ ਕਰਤਾ ਧਰਤਾ ਸਰ ਸੁੰਦਰ ਸਿੰਘ ਮਜੀਠੀਆ ਨੂੰ ਮਿਲਿਆ। ਲੇਖਕ ਨੇ ਵਧੀਆ ਸੂਟ, ਟਾਈ ਤੇ ਪਾਲਿਸ਼ ਕੀਤੇ ਬੂਟ ਪਾਏ ਹੋਏ ਸੀਗੇ। ਸਰਦਾਰ ਜੀ ਨੇ ਉਸ ਨਾਲ ਨੀਝ ਨਾਲ ਤੱਕਿਆ। ਲੇਖਕ ਦੀ ਦਾੜੀ ਵਿਰਲੀ ਤੇ ਘੜਾ ਵੀ ਨਹੀਂ ਸੀ ਪਾਇਆ ਹੋਇਆ ਉਹਨੇ। ਸਰਦਾਰ ਜੀ ਨੇ ਪੁੱਛਿਆ, ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਤਾਂ ਲੇਖਕ ਨੇ ਕਿਹਾ, ਪਾਠ ਜਾਣਦਾ ਤਾਂ ਹਾਂ ਪਰ ਕਰਦਾ ਨਹੀਂ। ਉਸਨੇ ਹੋਰ ਕਿਹਾ, ਮੇਰਾ ਖਿਆਲ ਹੈ ਕਿ ਬੋਟਨੀ ਪੜ੍ਹਾਉਣ ਦੀ ਅਸਾਮੀ ਹੈ, ਨਾ ਕਿ ਗਿਆਨੀ ਪੜ੍ਹਾਉਣ ਦੀ। ਲੇਖਕ ਨੂੰ ਸਰਦਾਰ ਦੇ ਸਵਾਲ ਸੁਣ ਕੇ ਘਿਰਨਾ ਹੋਈ ਤੇ ਨਾ ਹੀ ਸਰਦਾਰ ਜੀ ਨੇ ਲੇਖਕ ਨੂੰ ਪਸੰਦ ਕੀਤਾ ਤੇ ਨਾ ਹੀ ਲੇਖਕ ਨੇ ਸਰਦਾਰ ਜੀ ਨੂੰ ਪਸੰਦ ਕੀਤਾ। ਅਗਲਾ ਜੋ ਪ੍ਰਸ਼ਨ ਹੈ ਉਹ ਹੈ ਤਖਤ ਜਾਂ ਤਖਤਾ ਸਵੈਜੀਵਨੀ ਅੰਸ਼ ਵਿੱਚ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸ਼ਖਸੀਅਤ ਦੇ ਕਿਹੜੇ ਗੁਣ ਉਜਾਗਰ ਹੁੰਦੇ ਨੇ? ਆਪਣੇ ਸ਼ਬਦਾਂ ਦੇ ਵਿੱਚ ਆਪਾਂ ਲਿਖਣੇ ਨੇ। ਆਪਾਂ ਇਹਦੇ ਬਾਰੇ ਗੱਲ ਕਰਦੇ ਹੈਗੇ ਹਾਂ। ਤਖਤ ਜਾਂ ਤਖਤਾ ਸਵੈਜੀਵਨੀ ਹੈ ਜੋ ਇਸ ਦੇ ਵਿੱਚੋਂ ਸਾਨੂੰ ਜਿਹੜਾ ਹੈ ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਸ਼ਖਸੀਅਤ ਦੇ ਮਹਾਨ ਗੁਣ ਸਾਡੇ ਸਾਹਮਣੇ ਆਉਂਦੇ ਹੈਗੇ ਨੇ। ਡਾਕਟਰ ਸਾਹਿਬ ਦੇ ਪਿਤਾ ਜੀ ਤਹਿਸੀਲਦਾਰ ਸੀਗੇ ਅਤੇ ਉਹ 6 ਭਰਾ ਸੀਗੇ। ਜਦੋਂ ਉਸਨੇ MSc ਪਾਸ ਕੀਤੀ ਤਾਂ ਉਸ ਦੇ ਹਜੇ ਮਾੜੀ ਮਾੜੀ ਦਾੜੀ ਆਈ ਸੀ। ਉਹ ਜਪਜੀ ਸਾਹਿਬ ਦਾ ਪਾਠ ਜਾਣਦਾ ਸੀ ਅਤੇ ਵਿਦਿਆਰਥੀ ਦੇ ਰੂਪ ਵਿੱਚ ਬਹੁਤ ਹੁਸ਼ਿਆਰ ਸੀਗਾ। ਉਸਨੇ MSc ਆਨਰਜ਼ ਯੂਨੀਵਰਸਿਟੀ ਵਿੱਚ ਫਸਟ ਰਹਿ ਕੇ ਪਾਸ ਕੀਤੀ ਸੀ। ਪ੍ਰਿੰਸੀਪਲ ਨੇ ਉਸ ਦਾ ਨਾਂ ਰੋਲ ਆਫ ਆਨਰ ਵਿੱਚ ਸ਼ਾਮਲ ਕੀਤਾ। ਉਹ ਮਹਾਰਾਜੇ ਨਾਲ ਗੱਲਬਾਤ ਕਰਨ ਸਮੇਂ ਚੇਤੰਨ ਅਤੇ ਜਿਹੜਾ ਹੈ ਹੁਸ਼ਿਆਰ ਨੌਜਵਾਨ ਦੇ ਰੂਪ ਦੇ ਵਿੱਚ ਉੱਭਰਦਾ ਹੈ। ਉਹ ਮਜ਼ਹਬੀ ਕੱਟੜਵਾਦ ਤੋਂ ਮੁਕਤ ਸੀਗਾ ਅਤੇ ਇਸ ਨੂੰ ਉਹ ਪਸੰਦ ਨਹੀਂ ਸੀ ਕਰਦਾ। ICS ਦੀ ਪ੍ਰੀਖਿਆ ਪਾਸ ਕਰਨ ਲਈ ਉਸਨੇ ਸਖਤ ਮਿਹਨਤ ਕੀਤੀ। ਉਹ ਦ੍ਰਿੜ ਸੰਕਲਪੀ ਸੀਗਾ ਅਤੇ ਇਸ ਤੋਂ ਇਲਾਵਾ ਉਹ ਆਤਮ ਵਿਸ਼ਵਾਸੀ, ਸਵੈ ਪੜਚੋਲੀਆ, ਕੀਤੀ ਹੋਈ ਨਾ ਭੁੱਲਣ ਵਾਲਾ, ਬੁਰੇ ਨੂੰ ਸਬਕ ਸਿਖਾਉਣ ਵਾਲਾ, ਉੱਤਮ ਗਾਇਕਾਰ ਅਤੇ ਉੱਚੇ ਅਹੁਦੇ ਦਾ ਮਾਲਕ ਵਿਅਕਤੀ ਸੀਗਾ। ਅਗਲਾ ਪਾਠ ਹੈ ਸਾਡਾ ਸਭ ਤੋਂ ਪਿਆਰਾ ਸਿੰਬਾ, ਖੁਸ਼ਵੰਤ ਸਿੰਘ ਜੀ ਨੇ ਲਿਖਿਆ ਹੈ। ਪਹਿਲਾ ਪ੍ਰਸ਼ਨ ਹੈ, ਲੋਕ ਸਿੰਬਾ ਤੋਂ ਕਿਉਂ ਡਰਦੇ ਸਨ? ਲੋਕ ਸਿੰਬਾ ਤੋਂ ਬਹੁਤ ਡਰਦੇ ਸੀਗੇ ਕਿਉਂਕਿ ਉਹ ਆਪਣੇ ਮਾਲਕ ਦਾ ਹੁਕਮ ਮਿਲਣ 'ਤੇ ਕੋਈ ਵੀ ਵਧੀਕੀ ਕਰਦਾ ਸੀ। ਇੱਕ ਵਾਰੀ ਲੇਖਕ ਲੋਧੀ ਗਾਰਡਨ ਵਿੱਚ ਜਾ ਰਿਹਾ ਸੀ ਤਾਂ ਉਸਦੀ ਧੀ ਦੀ ਪਿੱਠ 'ਤੇ ਇੱਕ ਨੌਜਵਾਨ ਹੱਥ ਮਾਰ ਕੇ ਚਲਿਆ ਗਿਆ। ਲੇਖਕ ਦੀ ਪਤਨੀ ਨੇ ਸਿੰਬੇ ਨੂੰ ਉਸ ਨੌਜਵਾਨ ਨੂੰ ਫੜਨ ਲਈ ਕਿਹਾ। ਸਿੰਬੇ ਨੇ ਉਸ ਨੌਜਵਾਨ ਨੂੰ ਸਾਈਕਲ ਤੋਂ ਹੇਠਾਂ ਸੁੱਟ ਕੇ ਆਪਣੇ ਦੰਦ ਦਿਖਾਏ। ਇਸ ਤਰ੍ਹਾਂ ਦੀ ਇੱਕ ਹੋਰ ਘਟਨਾ ਵੀ ਵਾਪਰੀ। ਇਸ ਕਰਕੇ ਲੋਕ ਸਿੰਬੇ ਤੋਂ ਬੜਾ ਹੀ ਡਰਦੇ ਸੀਗੇ। ਜਦੋਂ ਲੇਖਕ ਅਤੇ ਉਸਦਾ ਪਰਿਵਾਰ ਰੋਣ ਦਾ ਬਹਾਨਾ ਕਰਦੇ ਤਾਂ ਸਿੰਬਾ ਦੀ ਕੀ ਪ੍ਰਤੀਕਿਰਿਆ ਹੁੰਦੀ? ਜਦੋਂ ਲੇਖਕ ਅਤੇ ਉਸਦਾ ਪਰਿਵਾਰ ਰੋਣ ਦਾ ਬਹਾਨਾ ਕਰਦੇ ਤਾਂ ਸਿੰਬਾ ਉਹਨਾਂ ਦੇ ਕੰਨਾਂ ਨੂੰ ਸੁੰਘਦਾ ਅਤੇ ਫਿਰ ਆਪ ਵੀ ਉਹਨਾਂ ਦੇ ਨਾਲ ਰੋਣ ਵਿੱਚ ਸ਼ਾਮਲ ਹੋ ਜਾਂਦਾ। ਅਗਲਾ ਪ੍ਰਸ਼ਨ, ਲੇਖਕ ਦੀ ਧੀ ਮਾਲਾ ਦੀ ਆਇਆ ਨਾਲ ਸਿੰਬਾ ਦਾ ਵਿਸ਼ੇਸ਼ ਰਿਸ਼ਤਾ ਸੀ, ਦੱਸੋ ਕਿਵੇਂ? ਲੇਖਕ ਦੀ ਧੀ ਮਾਲਾ ਦੀ ਆਇਆ ਨਾਲ ਸਿੰਬਾ ਦਾ ਵਿਸ਼ੇਸ਼ ਰਿਸ਼ਤਾ ਸੀ। ਉਹ ਉਸਨੂੰ ਪਿਆਰ ਨਾਲ ਬੇਸਾਂਭਿਆ ਕਹਿ ਕੇ ਬੁਲਾਉਂਦੀ ਸੀ ਅਤੇ ਉਸਨੂੰ ਹੱਗਣ ਮੁੱਤਣ ਲਈ ਦਰਵਾਜ਼ਾ ਖੋਲ੍ਹ ਦਿੰਦੀ ਸੀ। ਆਇਆ 75 ਕੁ ਸਾਲਾਂ ਦੀ ਬੁੱਢੀ ਔਰਤ ਸੀ। ਜਦੋਂ ਉਹ ਗੁਰਦੁਆਰੇ ਮੱਥਾ ਟੇਕਣ ਜਾਂਦੀ ਤਾਂ ਸਿੰਬਾ ਉਹਦੇ ਨਾਲ ਜਾਂਦਾ ਸੀ। ਜਦੋਂ ਆਇਆ ਗੁਰਦੁਆਰੇ ਅੰਦਰ ਚਲੀ ਜਾਂਦੀ ਤਾਂ ਸਿੰਬਾ ਜੁੱਤੀਆਂ ਕੋਲ ਬੈਠਾ ਰਹਿੰਦਾ। ਜਿਵੇਂ ਹੀ ਸਵੇਰ ਦਾ ਕੀਰਤਨ ਖਤਮ ਹੁੰਦਾ, ਉਹ ਆਇਆ ਦੀਆਂ ਜੁੱਤੀਆਂ ਦਾ ਇੱਕ ਪੈਰ ਮੂੰਹ ਵਿੱਚ ਫੜੀ ਘਰ ਵੱਲ ਦੌੜਦਾ ਅਤੇ ਆ ਕੇ ਮੰਜੇ ਹੇਠ ਲੁਕੋ ਦਿੰਦਾ। ਮਾਈ ਰੌਲਾ ਪਾਉਂਦੀ ਹੋਈ ਉਹਦੇ ਪਿੱਛੇ ਪਿੱਛੇ ਭੱਜੀ ਆਉਂਦੀ, ਕਹਿੰਦੀ, ਵੇ ਸਾਂਭਿਆ, ਮੇਰਾ ਸਲੀਪਰ ਕਿੱਥੇ ਲੁਕਾ ਦਿੱਤਾ ਹੈ? ਜਿੰਨੀ ਦੇਰ ਉਹ ਜੁੱਤੀ ਲੱਭਦਾ ਰਹਿੰਦਾ, ਸਿੰਬਾ ਉਹਦੇ ਮਗਰ ਕਮਰਿਆਂ ਵਿੱਚ ਦੌੜਦਾ ਫਿਰਦਾ ਰਹਿੰਦਾ। ਅਗਲਾ ਪ੍ਰਸ਼ਨ, ਬਹੁਤ ਸਾਰੇ ਕੁੱਤਿਆਂ ਦੇ ਵਿੱਚ 6ਵੀਂ ਸੂਝ ਹੁੰਦੀ ਹੈ, ਸਾਡੇ ਸਿੰਬੇ ਵਿੱਚ 7ਵੀਂ 8ਵੀਂ ਸੀ। ਇਹ ਕਥਨ ਸਾਬਤ ਕਰਨ ਲਈ ਲੇਖਕ ਨੇ ਕਿਹੜੀ ਘਟਨਾ ਦਾ ਜ਼ਿਕਰ ਕੀਤਾ ਹੈ? ਉਸਨੂੰ ਆਪਣੇ ਸ਼ਬਦਾਂ ਵਿੱਚ ਵਰਣਨ ਕਰਨਾ ਹੈਗਾ। ਲੇਖਕ ਆਪਣੇ ਕੁੱਤੇ ਸਿੰਬਾ ਵਿੱਚ 7ਵੀਂ ਅਤੇ 8ਵੀਂ ਸੂਝ ਨੂੰ ਸਾਬਤ ਕਰਨ ਲਈ ਇੱਕ ਘਟਨਾ ਦਾ ਹਵਾਲਾ ਦਿੰਦਾ ਹੈ। ਲੇਖਕ ਨੇ ਕੁਝ ਮਹੀਨਿਆਂ ਲਈ ਆਪਣੀ ਪਤਨੀ ਸਮੇਤ ਬਾਹਰ ਜਾਣਾ ਸੀ। ਉਹਨਾਂ ਦੇ ਬੱਚੇ ਹੋਸਟਲ ਵਿੱਚ ਸਨ ਅਤੇ ਨੌਕਰਾਂ ਨੂੰ ਛੁੱਟੀ ਦੇ ਕੇ ਫਲੈਟ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਅਤੇ ਆਪਣੇ ਕੁੱਤੇ ਨੂੰ ਪ੍ਰੇਮ ਕਿਰਪਾਲ ਦੇ ਘਰ ਛੱਡ ਦਿੱਤਾ ਗਿਆ ਸੀ, ਜੋ ਕਿ ਸੀਨੀਅਰ ਅਧਿਕਾਰੀ ਸੀ। ਉਸਦਾ ਬੰਗਲਾ ਕੈਨਿੰਗ ਲੋਨ ਦੀ ਸੜਕ ਉੱਤੇ ਸੀ। ਉਸਦਾ ਬੰਗਲਾ ਅਤੇ ਬਾਗ ਬੜਾ ਵੱਡਾ ਸੀ। ਸ਼ਾਮ ਦੀ ਸੈਰ ਵੇਲੇ ਸਿੰਬਾ ਹਰ ਰੋਜ਼ ਪ੍ਰੇਮ ਕਿਰਪਾਲ ਨੂੰ ਮਿਲਦਾ ਸੀ ਅਤੇ ਉਸਦੇ ਘਰ ਵੀ ਸਿੰਬੇ ਦਾ ਆਉਣ ਜਾਣ ਸੀ। ਪਰ ਸਿੰਬੇ ਨੂੰ ਆਪ ਉਸਦੇ ਘਰ ਛੱਡਣ ਦੀ ਗੱਲ ਪਸੰਦ ਨਹੀਂ ਆਈ। ਜਦੋਂ ਲੇਖਕ ਦੀ ਪਤਨੀ ਵਾਪਸ ਆਈ ਤਾਂ ਉਹ ਸਿੰਬੇ ਨੂੰ ਆਪ ਲੈਣ ਲੱਗੀ, ਪਰ ਸਿੰਬਾ ਖੁਸ਼ ਤਾਂ ਹੋਇਆ ਪਰ ਉਸਦੇ ਨਾਲ ਵਾਪਸ ਨਾ ਗਿਆ। ਪ੍ਰੇਮ ਬੜਾ ਖੁਸ਼ ਹੋਇਆ, ਪਰ ਲੇਖਕ ਦੇ ਵਾਪਸ ਆਉਣ ਦੀ ਖਬਰ ਸੁਣ ਕੇ ਸਿੰਬਾ ਇੱਕ ਦਿਨ ਪਹਿਲਾਂ ਹੀ ਘਰੇ ਪਹੁੰਚ ਗਿਆ। ਇਸ ਤੋਂ ਸਿੰਬੇ ਦੀ 7ਵੀਂ ਅਤੇ 8ਵੀਂ ਸੂਝ ਦਾ ਪਤਾ ਲੱਗਦਾ ਹੈ।
ਹੁਣ ਅਗਲਾ ਪ੍ਰਸ਼ਨ ਹੈ ਇਸ ਪਾਠ ਨਾਲ ਸੰਬੰਧਿਤ ਮਹੱਤਵਪੂਰਨ ਸਿੰਬੇ ਦੀ ਜ਼ਿੰਦਗੀ ਦੇ ਅੰਤਲੇ ਦਿਨਾਂ ਬਾਰੇ ਨੋਟ ਲਿਖਣਾ। ਸਿੰਬੇ ਦੀ ਜ਼ਿੰਦਗੀ ਦੇ ਅੰਤਲੇ ਦਿਨਾਂ ਬਾਰੇ ਨੋਟ ਲਿਖਣਾ ਹੈ। ਸਿੰਬੇ ਦੀ ਉਮਰ 13 ਸਾਲ ਤੋਂ ਵੱਧ ਹੋ ਚੁੱਕੀ ਸੀਗੀ ਅਤੇ ਉਹ ਬੁੱਢਾ ਹੋ ਚੁੱਕਿਆ ਸੀ। ਉਸਦੇ ਮੂੰਹ ਦੁਆਲੇ ਜਿਹੜੇ ਵਾਲ ਨੇ ਉਹ ਚਿੱਟੇ ਹੋ ਗਏ ਸੀ। ਉਸ ਦੀਆਂ ਅੱਖਾਂ ਦੇ ਵਿੱਚ ਮੋਤੀਆ ਉਤਰ ਆਇਆ ਸੀ। ਕਦੇ ਕਦੇ ਉਸਨੂੰ ਬੁਖਾਰ ਵੀ ਹੋ ਜਾਂਦਾ ਸੀ ਅਤੇ ਲੇਖਕ ਦੀ ਪਤਨੀ ਸਾਰੀ ਸਾਰੀ ਰਾਤ ਉਸਦਾ ਸਿਰ ਆਪਣੀ ਗੋਦੀ ਵਿੱਚ ਰੱਖ ਕੇ ਬੈਠੀ ਰਹਿੰਦੀ ਸੀ। ਇਹਨਾਂ ਦਿਨਾਂ ਵਿੱਚ ਲੇਖਕ ਨੂੰ ਜਿਹੜਾ ਹੈ ਕਾਲਜ ਵਿੱਚ ਪੜ੍ਹਾਉਣ ਦਾ ਕੰਮ ਮਿਲ ਗਿਆ ਸੀ ਅਤੇ ਉਸਨੂੰ ਉਸਦੀ ਅਸਲੀ ਮਾਲਕਣ ਆਪਣੀ ਧੀ ਮਾਇਆ ਕੋਲ ਛੱਡ ਆਏ ਸੀ। ਉਹ ਲਗਭਗ ਹਰ ਰੋਜ਼ ਸਿੰਬਾ ਨੂੰ ਡਾਕਟਰ ਕੋਲ ਲੈ ਕੇ ਜਾਂਦੀ, ਪਰ ਉਸਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ। ਉਸਦੀਆਂ ਲੱਤਾਂ ਨੂੰ ਲਕਵਾ ਮਾਰ ਗਿਆ ਸੀ ਅਤੇ ਉਸਨੂੰ ਬਹੁਤ ਦਰਦ ਹੁੰਦੀ ਸੀ। ਡਾਕਟਰ ਨੇ ਉਸਨੂੰ ਜ਼ਹਿਰ ਦਾ ਟੀਕਾ ਲਾ ਦਿੱਤਾ, ਜਿਸ ਨਾਲ ਉਸਦੀ ਸ਼ਾਂਤੀ ਨਾਲ ਮੌਤ ਹੋ ਗਈ ਅਤੇ ਮਾਲਾ ਨੇ ਇਸ ਸੰਬੰਧੀ ਲੇਖਕ ਨੂੰ ਤਾਰ ਰਾਹੀਂ ਖਬਰ ਦਿੱਤੀ ਸੀਗੀ। ਅਤੇ ਅਗਲਾ ਜੋ ਪਾਠ ਹੈ 7ਵਾਂ ਸਾਡਾ, ਉਹ ਹੈ ਮੇਰੇ ਬੱਚੇ ਮੇਰਾ ਮੁਹਾਂਦਰਾ, ਜਿਸਨੂੰ ਬਲਵੰਤ ਗਾਰਗੀ ਜੀ ਨੇ ਲਿਖਿਆ ਹੈ। ਪਹਿਲਾ ਪ੍ਰਸ਼ਨ ਹੈ ਬਲਵੰਤ ਗਾਰਗੀ ਆਪਣੇ ਬੇਟੇ ਨੂੰ ਗਿੱਠਮੁੱਠੀਆ ਬਲਵੰਤ ਕਿਉਂ ਕਹਿੰਦਾ ਸੀ। ਬਲਵੰਤ ਗਾਰਗੀ ਦੇ ਬੇਟੇ ਮੰਨੂ ਦੀ ਠੋਡੀ ਵਿੱਚ ਵੀ ਇਸੇ ਤਰ੍ਹਾਂ ਚਿੱਬ ਸੀ ਜਿਸ ਤਰ੍ਹਾਂ ਗਾਰਗੀ ਦੀ ਠੋਡੀ ਵਿੱਚ ਸੀ। ਉਸਦੇ ਕੰਨ ਅਤੇ ਬੁੱਲ ਵੀ ਉਸ ਵਰਗੇ ਸਨ। ਉਹ ਤੁਰਦਾ ਵੀ ਬਲਵੰਤ ਵਾਂਗ ਹੀ ਸੀਗਾ। ਛੋਟਾ ਬੱਚਾ ਹੋਣ ਕਰਕੇ ਲੇਖਕ ਉਸਨੂੰ ਗਿੱਠਮੁੱਠੀਆ ਬਲਵੰਤ ਕਹਿ ਦਿੰਦਾ ਸੀਗਾ। ਅਗਲਾ ਪ੍ਰਸ਼ਨ ਹੈ ਜੀਨੀ ਦੀ ਛੋਹ ਨਰਸ ਵਾਂਗ ਸੀ ਪਰ ਮੇਰੀ ਲੋਹਾਰ ਵਰਗੀ ਸੀ। ਬਲਵੰਤ ਗਾਰਗੀ ਇਹ ਸ਼ਬਦ ਕਿਉਂ ਕਹਿੰਦਾ ਹੈ। ਲੇਖਕ ਆਪਣੀ ਪਤਨੀ ਜੀਨੀ ਦੀ ਛੋਹ ਨਰਸ ਵਾਂਗ ਇਸ ਲਈ ਕਹਿੰਦਾ ਹੈ ਕਿਉਂਕਿ ਜੀਨੀ ਚੀਜ਼ਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਦੀ ਹੈ ਅਤੇ ਉਸਦੇ 12 ਸਾਲ ਪੁਰਾਣੇ ਖਰੀਦੇ ਸੈਂਡਲ ਵੀ ਬਹੁਤ ਵਧੀਆ ਪਏ ਸਨ ਅਤੇ ਉਸਦੀ ਜਿਹੜੀ ਹੈਗੀ ਆ 33 ਸਾਲ ਪਹਿਲਾਂ ਖਰੀਦੀ ਫਰਾਕ ਵੀ ਨਵੀਂ ਲੱਗਦੀ ਸੀ। ਉਸਨੂੰ ਆਪਣੀ ਸ਼ੋਅ ਵਿੱਚ ਲੇਖਕ ਨੂੰ ਆਪਣੀ ਸ਼ੋਅ ਵਿੱਚ ਇੱਕ ਲੋਹਾਰ ਵਰਗੀ ਜਿਹੜਾ ਹੈ ਟੱਚ ਨਜ਼ਰ ਆਉਂਦੀ ਸੀ, ਕਿਉਂਕਿ ਉਹ ਜਿਸ ਵੀ ਚੀਜ਼ ਨੂੰ ਹੱਥ ਲਾਉਂਦਾ ਸੀ ਉਹ ਹੰਡੀ ਹੋਈ ਜਾਂ ਵਰਤੀ ਹੋਈ ਲੱਗਣ ਲੱਗ ਜਾਂਦੀ ਸੀ। ਲੇਖਕ ਦੇ ਬੂਟ 4-5 ਮਹੀਨਿਆਂ ਵਿੱਚ ਹੀ ਚਿੱਬ ਖੜਿਬੇ ਹੋ ਜਾਂਦੇ ਸਨ। ਉਸਦੀਆਂ ਕਮੀਜ਼ਾਂ ਮੋਢਿਆਂ ਤੋਂ ਉੱਧੜ ਜਾਂਦੀਆਂ ਸਨ। ਲੇਖਕ ਹਰੇਕ ਚੀਜ਼ ਜਿਵੇਂ ਕੱਪੜੇ, ਜੁੱਤੀਆਂ, ਕੰਘੀਆਂ, ਤੌਲੀਏ ਅਤੇ ਤੌਲਕਾਰ ਨੂੰ ਜਲਦੀ ਹੀ ਹੰਢਾ ਮਾਰਦਾ ਸੀ। ਲੇਖਕ ਨੇ ਉਪਰੋਕਤ ਸ਼ਬਦ ਆਪਣੀ ਪਤਨੀ ਅਤੇ ਆਪਣੇ ਸੁਭਾਅ ਬਾਰੇ ਇਸ ਲਈ ਕਹੇ ਹਨ। ਅਗਲਾ ਪ੍ਰਸ਼ਨ ਹੈ ਜਿੰਨੀ, ਮੰਨੂ ਅਤੇ ਜੰਨਤ ਨੂੰ ਅਮਰੀਕਾ ਵਿੱਚ ਕਿਉਂ ਨਹੀਂ ਸੀ ਪੜ੍ਹਾਉਣਾ ਚਾਹੁੰਦੀ। ਹੁਣ ਇਹ ਲੇਖਕ ਦੇ ਬੱਚਿਆਂ ਦਾ ਨਾਮ ਹੈ ਮੰਨੂ ਅਤੇ ਜੰਨਤ ਅਤੇ ਜੀਨੀ ਉਹਦੀ ਪਤਨੀ ਦਾ ਨਾਮ ਹੈ। ਜੀਨੀ ਆਪਣੇ ਬੱਚਿਆਂ ਨੂੰ ਅਮਰੀਕਾ ਵਿੱਚ ਨਹੀਂ ਪੜ੍ਹਾਉਣਾ ਚਾਹੁੰਦੀ ਸੀ ਕਿਉਂਕਿ ਇਸ ਦਾ ਕਾਰਨ ਇਹ ਸੀ ਕਿ ਉਹ ਟਾਈਮ ਮੈਗਜ਼ੀਨ ਦੇ ਵਿੱਚ ਪੜ੍ਹਦੀ ਰਹਿੰਦੀ ਸੀ ਕਿ ਉੱਥੇ ਜ਼ੁਰਮ ਅਤੇ ਨਸ਼ੇ ਬੜੇ ਵੱਧ ਰਹੇ ਸਨ, ਜਿਵੇਂ LSD, ਜਬਰੀ ਭਰਤੀ, ਬੰਦੂਕਾਂ ਅਤੇ ਪਿਸਤੌਲ। ਟੈਲੀਵਿਜ਼ਨ 'ਤੇ ਉਹ ਖੂਨ ਖਰਾਬਾ ਅਤੇ ਕਤਲ ਦੀ ਵਾਰਦਾਤਾਂ ਵੇਖ ਕੇ ਕਹਿੰਦੀ ਹੈ ਕਿ ਉਹਨਾਂ ਦੇ ਬੱਚੇ ਹਿੰਦੁਸਤਾਨ ਵਿੱਚ ਹੀ ਪੜ੍ਹਨਗੇ ਕਿਉਂਕਿ ਇੰਨਾ ਖਤਰਾ ਇੱਥੇ ਹਿੰਦੁਸਤਾਨ ਵਿੱਚ ਨਹੀਂ ਹੈ। ਲੇਖਕ ਚਾਹੇ ਉਸਨੂੰ ਸਮਝਾਉਂਦਾ ਹੋਇਆ ਕਹਿੰਦਾ ਹੈ ਕਿ ਖਬਰਾਂ ਵਾਲੇ ਮਸਾਲਾ ਲਾ ਕੇ ਖਬਰ ਛਾਪ ਦਿੰਦੇ ਹਨ, ਪਰ ਜੀਨੀ ਆਪਣਾ ਫੈਸਲਾ ਬਦਲਣ ਲਈ ਤਿਆਰ ਨਹੀਂ ਸੀ। ਅਗਲਾ ਪ੍ਰਸ਼ਨ ਹੈ ਜੰਨਤ ਅਤੇ ਮੰਨੂ ਦੀ ਤੋਤੀ ਕਿਉਂ ਮਰ ਗਈ। ਉਸਨੂੰ ਦਫਨ ਕਰਨ ਦੀ ਰਸਮ ਦੇ ਵਿੱਚ ਕੌਣ ਕੌਣ ਸ਼ਾਮਲ ਹੋਏ। ਜੰਨਤ ਅਤੇ ਮੰਨੂ ਦੀ ਤੋਤੀ ਨੂੰ ਤੋਤੇ ਨੇ ਠੁੰਗ ਮਾਰ ਕੇ ਮਾਰ ਦਿੱਤਾ ਸੀ। ਲੇਖਕ ਨੇ ਉਸਨੂੰ ਪਿੰਜਰੇ ਤੋਂ ਬਾਹਰ ਕੱਢਿਆ। ਦੋਹਾਂ ਬੱਚਿਆਂ ਨੇ ਉਸਨੂੰ ਦਬਾਉਣ ਲਈ ਆਪਣੇ ਹੱਥਾਂ ਦੇ ਨਾਲ ਡੂੰਘਾ ਟੋਆ ਪੱਟਿਆ ਅਤੇ ਤੋਤੀ ਨੂੰ ਉਸ ਵਿੱਚ ਲਿਟਾ ਕੇ ਮਿੱਟੀ ਪਾ ਦਿੱਤੀ। ਉਸਦੇ ਦਫਨ ਕਰਨ ਦੀ ਰਸਮ ਵਿੱਚ ਲੇਖਕ, ਉਸਦੀ ਪਤਨੀ ਜੀਨੀ ਅਤੇ ਉਹਨਾਂ ਦਾ ਬਾਵਰਚੀ ਅਤੇ ਆਇਆ ਵੀ ਸ਼ਾਮਿਲ ਹੋਏ। ਅਗਲਾ ਪ੍ਰਸ਼ਨ ਹੈ ਮਹੱਤਵਪੂਰਨ। ਇਸ ਸਵੈ ਜੀਵਨੀ ਦੇ ਵਿੱਚ ਮੇਰੇ ਬੱਚੇ ਮੇਰਾ ਮੁਹਾਂਦਰਾ ਦੇ ਵਿੱਚ ਜੰਨਤ ਅਤੇ ਮੰਨੂ ਵਿੱਚ ਇੱਕ ਪਿਤਾ ਵਜੋਂ ਬਲਵੰਤ ਗਾਰਗੀ ਦੀ ਸ਼ਖਸੀਅਤ ਦੇ ਕਿਹੜੇ ਗੁਣ ਉੱਭਰ ਕੇ ਸਾਹਮਣੇ ਆਉਂਦੇ ਹਨ। ਮਤਲਬ ਕੀ ਹੈ ਬਲਵੰਤ ਗਾਰਗੀ ਪਿਤਾ ਦੇ ਰੂਪ ਦੇ ਵਿੱਚ ਕਿਸ ਤਰੀਕੇ ਨਾਲ ਸਾਡੇ ਸਾਹਮਣੇ ਆਉਂਦਾ, ਇਹਦਾ ਆਪਾਂ ਨੇ ਆਨਸਰ ਲਿਖਣਾ ਕਿ ਪਿਤਾ ਦੇ ਰੂਪ ਦੇ ਵਿੱਚ ਬਲਵੰਤ ਗਾਰਗੀ ਇੱਕ ਜਿਹੜਾ ਹੈ ਅਸੀਂ ਕਹਾਂਗੇ ਇੱਕ ਬਹੁਤ ਹੀ ਪਿਆਰ ਕਰਨ ਵਾਲਾ ਪਿਤਾ ਹੈਗਾ। ਉਹ ਆਪਣੇ ਬੱਚਿਆਂ ਦਾ ਬਹੁਤ ਧਿਆਨ ਰੱਖਦਾ ਹੈ। ਮੰਨੂ ਅਤੇ ਜੰਨਤ ਦੀ ਮਰਜ਼ੀ ਦੇ ਅਨੁਸਾਰ ਉਹ ਉਹਨਾਂ ਨੂੰ ਰਾਤ ਨੂੰ ਸੌਣ ਸਮੇਂ ਕਹਾਣੀਆਂ ਸੁਣਾਉਂਦਾ ਹੈ। ਇੱਥੋਂ ਤੱਕ ਕਿ ਦੋਨੋਂ ਬੱਚੇ ਉਸ ਦੇ ਨਾਲ ਸੱਜੇ ਪਾਸੇ ਸੌਣ ਦੀ ਜ਼ਿੱਦ ਕਰਦੇ ਹੈਗੇ ਨੇ। ਇਹ ਤੋਂ ਪਤਾ ਲੱਗਦਾ ਹੈ ਬੱਚੇ ਉਹਨੂੰ ਪਿਆਰ ਕਰਦੇ ਨੇ ਕਿਉਂਕਿ ਉਹ ਵੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਹੈਗਾ। ਇਸ ਤੋਂ ਇਲਾਵਾ ਬਲਵੰਤ ਗਾਰਗੀ ਜਿਹੜਾ ਹੈ ਪਿਤਾ ਦੇ ਰੂਪ ਵਿੱਚ ਸਫਲ ਪਿਤਾ ਹੈਗਾ ਅਤੇ ਉਹ ਉਹਨਾਂ ਦੀ ਬੱਚਿਆਂ ਦੀ ਹਰੇਕ ਖੁਸ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਉਹ ਬੱਚੇ ਇੱਕ ਤੋਤਾ ਅਤੇ ਤੋਤੀ ਲੈਣਾ ਚਾਹੁੰਦੇ ਸੀਗੇ ਤਾਂ ਉਹ ਉਹਨਾਂ ਨੂੰ ਖਰੀਦ ਕੇ ਲੈ ਕੇ ਦਿੰਦਾ ਹੈਗਾ। ਉਹ ਇਸ ਤੋਂ ਇਲਾਵਾ ਜੰਨਤ ਜਿਸਦੀ ਮਰਜ਼ੀ ਦੇ ਅਨੁਸਾਰ ਉਸਨੂੰ ਖਿਡਾਉਂਦਾ ਹੈਗਾ, ਜਿਵੇਂ ਉਹ ਉਹਦੀ ਪਿੱਠ ਦੇ ਉੱਤੇ ਉਂਗਲਾਂ ਟਰਾ ਕੇ ਵੱਖੋ ਵੱਖਰੇ ਤਰੀਕੇ ਦੇ ਨਾਲ ਉਹਨੂੰ ਖਿਡਾ ਕੇ ਖੁਸ਼ ਕਰਦਾ ਹੈ। ਅਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਉਹ ਇੱਕ ਬਹੁਤ ਹੀ ਪਿਆਰ ਕਰਨ ਵਾਲਾ ਪਿਤਾ ਹੈਗਾ। ਅਗਲਾ ਜੋ ਪਾਠ ਹੈ ਸਾਡਾ 8ਵਾਂ, ਉਹ ਹੈ ਮੈਂ ਅਤੇ ਮੇਰੇ ਦਾਰ ਜੀ। ਅੰਮ੍ਰਿਤਾ ਪ੍ਰੀਤਮ ਜੀ ਦਾ ਲਿਖਿਆ ਹੋਇਆ ਹੈ। ਪ੍ਰੀਤਮ ਕੌਰ ਨੇ
ਲੇਖਿਕਾ ਦੇ ਪਿਤਾ ਅੱਗੇ ਆਪਣੀਆਂ ਸੋਨੇ ਦੀਆਂ ਚੂੜੀਆਂ ਲਾ ਕੇ ਕਿਉਂ ਰੱਖ ਦਿੱਤੀਆਂ। ਪ੍ਰੀਤਮ ਕੌਰ ਲੇਖਿਕਾ ਦੀ ਮਰ ਚੁੱਕੀ ਮਾਂ ਦੀ ਸਹੇਲੀ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਇਸ ਕਰਕੇ ਬਹੁਤ ਘਬਰਾਹਟ ਅਤੇ ਫਿਕਰ ਵਿੱਚ ਸੀਗੇ ਕਿ ਉਸ ਨੂੰ ਵਿਆਹੁਣ ਆਏ ਉਸ ਦੇ ਸਹੁਰਿਆਂ ਨੇ ਦਾਜ ਵਿੱਚ ਕੁਝ ਹਜ਼ਾਰ ਰੁਪਈਆ ਨਕਦ ਰੱਖਣ ਦਾ ਇਸ਼ਾਰਾ ਕੀਤਾ ਸੀ ਅਤੇ ਉਹਨਾਂ ਕੋਲ ਪੈਸੇ ਨਹੀਂ ਸੀ, ਤਾਂ ਉਸਨੇ ਲੇਖਿਕਾ ਦੇ ਸਾਹਮਣੇ ਆਪਣੀਆਂ ਚੂੜੀਆਂ ਲਾ ਕੇ ਰੱਖ ਦਿੱਤੀਆਂ ਤਾਂ ਜੋ ਉਹਨਾਂ ਦੀ ਲੋੜ ਪੂਰੀ ਹੋ ਸਕੇ। ਅਗਲਾ ਪ੍ਰਸ਼ਨ ਹੈ, ਅੰਮ੍ਰਿਤਾ ਪ੍ਰੀਤਮ ਦੇ ਪਿਤਾ ਦੇ ਮੱਥੇ 'ਤੇ ਤਿਉੜੀ ਕਿਉਂ ਪੈ ਗਈ ਸੀ। ਜਦੋਂ 1936 ਵਿੱਚ ਲੇਖਿਕਾ ਦੀ ਪਹਿਲੀ ਕਿਤਾਬ ਛਪੀ ਤਾਂ ਮਹਾਰਾਜਾ ਕਪੂਰਥਲਾ ਵੱਲੋਂ ਉਸ ਨੂੰ ਪਿਆਰ ਵਜੋਂ 200 ਰੁਪਏ ਭੇਜੇ ਗਏ। ਫਿਰ ਮਹਾਰਾਣੀ ਨਾਭਾ ਨੇ ਲੇਖਿਕਾ ਨੂੰ ਸਾੜੀ ਦਾ ਇੱਕ ਪਾਰਸਲ ਤਾਰੀਫ ਵੱਲੋਂ ਭੇਜਿਆ। ਇੱਕ ਦਿਨ ਜਦੋਂ ਫਿਰ ਡਾਕੀਏ ਨੇ ਬੂਹਾ ਖੜਕਾਇਆ ਤਾਂ ਲੇਖਕ ਨੇ ਲਾਲਚ ਕਰਕੇ ਕਿਹਾ ਕਿ ਅੱਜ ਫਿਰ ਕੋਈ ਇਨਾਮ ਆਇਆ ਹੈ। ਇਹ ਸੁਣ ਕੇ ਉਸਦੇ ਪਿਤਾ ਦੇ ਮੱਥੇ 'ਤੇ ਤਿਉੜੀ ਪੈ ਗਈ, ਜਿਸ ਦਾ ਕਾਰਨ ਇਹ ਸੀ ਕਿ ਉਸਨੂੰ ਜਿਹੜਾ ਹੈ ਆਪਣੇ ਪਿਤਾ ਦੁਆਰਾ ਲੋਕਾਂ ਤੋਂ ਹੋਰ ਇਨਾਮ ਪ੍ਰਾਪਤ ਕਰਨ ਦੀ ਖਾਹਿਸ਼ ਨੂੰ ਪਸੰਦ ਨਹੀਂ ਸੀ ਕੀਤਾ। ਉਸ ਦਿਨ ਜੇਕਰ ਉਸਦੇ ਪਿਤਾ ਦੇ ਮੱਥੇ 'ਤੇ ਤਿਉੜੀ ਨਾ ਪੈਂਦੀ ਤਾਂ ਲੇਖਿਕਾ ਕਦੇ ਉਹੋ ਜਿਹੀ ਸੋਚ ਨਾਲ ਜ਼ਿੰਦਗੀ ਦੇ ਵਿੱਚ ਆਪਣੀ ਤਹੀਨ ਕਰ ਲੈਂਦੀ। ਕਹਿਣ ਦਾ ਭਾਵ ਕਿ ਉਸਦੀ ਜਿਹੜੀ ਸੋਚ ਹੈ ਉਹਦੇ ਨਾਲ ਹੋਰ ਉੱਚੀ ਹੋ ਗਈ ਆਪਣੇ ਪਿਤਾ ਦੀ ਤਿਉੜੀ ਕਰਕੇ। ਅਗਲਾ ਪ੍ਰਸ਼ਨ ਹੈ, ਆਪਣੀ ਵਿਆਹ ਵਾਲੀ ਰਾਤ ਨੂੰ ਲੇਖਿਕਾ ਉਦਾਸ ਕਿਉਂ ਸੀ। ਆਪਣੇ ਵਿਆਹ ਵਾਲੀ ਰਾਤ ਨੂੰ ਲੇਖਿਕਾ ਇਸ ਕਰਕੇ ਉਦਾਸ ਸੀ ਕਿਉਂਕਿ ਲੇਖਿਕਾ ਦੇ ਪਿਤਾ ਨੂੰ ਸੁਨੇਹਾ ਮਿਲਿਆ ਸੀ ਕਿ ਜੇਕਰ ਕੋਈ ਰਿਸ਼ਤੇਦਾਰ ਪੁੱਛੇ ਤਾਂ ਉਹ ਕਹਿ ਦੇਣ ਕਿ ਉਹਨਾਂ ਨੇ ਦਾਜ ਵਿੱਚ ਇੰਨੇ ਹਜ਼ਾਰ ਰੁਪਈਆ ਦਾ ਨਕਦ ਦਿੱਤਾ ਹੈ। ਲੇਖਿਕਾ ਦੇ ਪਿਤਾ ਨੇ ਇਸ ਗੱਲ ਨੂੰ ਇੱਕ ਇਸ਼ਾਰਾ ਸਮਝਿਆ ਸੀ ਕਿ ਉਹ ਇੰਨੇ ਪੈਸੇ ਦੀ ਮੰਗ ਕਰ ਰਹੇ ਸਨ, ਪਰ ਉਹਨਾਂ ਕੋਲ ਇੰਨੇ ਪੈਸੇ ਨਕਦ ਨਾ ਹੋਣ ਕਰਕੇ ਘਬਰਾ ਗਏ ਸਨ। ਉਹਨਾਂ ਦੀ ਘਬਰਾਹਟ ਨੂੰ ਵੇਖ ਕੇ ਲੇਖਿਕਾ ਨੇ ਚਾਹਿਆ ਸੀ ਕਿ ਉਹ ਅੱਜ ਰਾਤ ਮਰ ਹੀ ਜਾਵੇ। ਇਸ ਕਰਕੇ ਲੇਖਿਕਾ ਵਿਆਹ ਵਾਲੀ ਰਾਤ ਨੂੰ ਬੜੀ ਉਦਾਸ ਸੀ। ਅਗਲਾ ਪ੍ਰਸ਼ਨ ਹੈ, ਮੈਂ ਤੇ ਮੇਰੇ ਦਾਰਜੀ ਸੰਬੰਧ ਵਿੱਚੋਂ ਲੇਖਿਕਾ ਦੀ ਸ਼ਖਸੀਅਤ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਮੈਂ ਤੇ ਮੇਰੇ ਦਾਰਜੀ ਸਵੈਜੀਵਨੀ ਵਿੱਚੋਂ ਲੇਖਿਕਾ ਦੀ ਸ਼ਖਸੀਅਤ ਦੇ ਕੁਝ ਪੱਖ ਉਘੜਦੇ ਨੇ। ਉਸਦੇ ਪਿਤਾ ਜੀ ਦੀ ਸ਼ਖਸੀਅਤ ਦੇ ਪੱਖ ਵੀ ਸਾਹਮਣੇ ਆਉਂਦੇ ਨੇ। ਇਸ ਸਵੈਜੀਵਨੀ ਅੰਸ਼ ਤੋਂ ਪਤਾ ਲੱਗਦਾ ਹੈ ਕਿ ਲੇਖਿਕਾ ਦੀ ਪਹਿਲੀ ਪੁਸਤਕ 1936 ਵਿੱਚ ਛਪੀ ਸੀ, ਜਿਸ ਬਦਲੇ ਮਹਾਰਾਜਾ ਕਪੂਰਥਲਾ ਅਤੇ ਮਹਾਰਾਣੀ ਨਾਭਾ ਨੇ ਲੇਖਿਕਾ ਨੂੰ ਪਿਆਰ ਵਜੋਂ ਇਨਾਮ ਭੇਜੇ ਸੀ, ਪਰ ਲੇਖਿਕਾ ਦੇ ਪਿਤਾ ਨੇ ਇਸ ਸੰਬੰਧੀ ਤਿਉੜੀ ਪਾ ਲਈ ਸੀ। ਇਸ 'ਤੇ ਲੇਖਿਕਾ ਸਮਝ ਗਈ ਕਿ ਦੁਨੀਆ ਤੋਂ ਕੁਝ ਨਹੀਂ ਮੰਗਣਾ ਚਾਹੀਦਾ। ਲੇਖਿਕਾ ਦੇ ਪਿਤਾ ਨੇ ਉਸਨੂੰ ਅਰਦਾਸ ਦੇ ਸ਼ਬਦਾਂ ਨੂੰ ਕੇਂਦਰਿਤ ਕਰਨ ਦੀ ਸਿੱਖਿਆ ਦੇ ਕੇ ਉਸਨੂੰ ਦੀ ਆਦਤ ਹੀ ਬਣਾ ਦਿੱਤੀ ਕਿ ਉਸਨੇ ਜੋ ਕੁਝ ਵੀ ਲਿਖਿਆ ਆਪਣਾ ਧਿਆਨ ਪੂਰੀ ਤਰ੍ਹਾਂ ਲਫ਼ਜ਼ਾਂ ਵਿੱਚ ਕੇਂਦਰਿਤ ਕਰਕੇ ਲਿਖਿਆ। 1936 ਵਿੱਚ ਉਸ ਦਾ ਵਿਆਹ ਹੋਇਆ ਅਤੇ ਉਹ ਇਸ ਸਮੇਂ ਅਹਿਸਾਨ ਕਰਨ ਵਾਲੀ ਮਾਂ ਦੀ ਸਹੇਲੀ ਪ੍ਰੀਤਮ ਕੌਰ ਨੂੰ ਕਦੇ ਨਹੀਂ ਸੀ ਭੁੱਲੀ। 1947 ਦੀ ਦੇਸ਼ ਦੀ ਵੰਡ ਅਤੇ 1984 ਦੀਆਂ ਖੂਨੀ ਘਟਨਾਵਾਂ ਨੂੰ ਆਧਾਰ ਬਣਾ ਕੇ ਉਸਨੇ ਬੜੀਆਂ ਕਵਿਤਾਵਾਂ ਲਿਖੀਆਂ ਅਤੇ ਉਹ 1986 ਦੇ ਵਿੱਚ ਚਲਾਣਾ ਕਰ ਗਈ ਸੀ। ਅਗਲਾ ਪ੍ਰਸ਼ਨ ਹੈ ਜੋ ਲੇਖਿਕਾ ਦੇ ਪਿਤਾ ਦੁਆਰਾ ਸਿੱਖ ਇਤਿਹਾਸ ਬਾਰੇ ਸਲਾਈਡ ਦਿਖਾਉਣ ਦੀ ਘਟਨਾ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖਣਾ ਹੈਗਾ। ਲੇਖਿਕਾ ਦੇ ਪਿਤਾ ਜੀ ਜਦੋਂ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਦੀਆਂ ਗੱਲਾਂ ਕਰਦੇ ਤਾਂ ਉਹਨਾਂ ਦਾ ਗਲਾ ਭਰ ਆਉਂਦਾ ਸੀ। ਸਿੱਖ ਇਤਿਹਾਸ ਦੇ ਨਾਲ ਡੂੰਘੇ ਪਿਆਰ ਕਰਕੇ ਉਹ ਉਸ ਨਾਲ ਸੰਬੰਧਿਤ ਕਈ ਵਾਰਦਾਤਾਂ ਦੇ ਸਲਾਈਡਸ ਬਣਵਾਉਂਦੇ ਸੀਗੇ ਅਤੇ ਉਸ ਸਮੇਂ ਵੀਡੀਓ ਵਰਗੀ ਗੱਲ ਕਿਸੇ ਸੁਪਨੇ ਵਿੱਚ ਵੀ ਨਹੀਂ ਸੀ ਅਤੇ ਖਾਮੋਸ਼ ਫਿਲਮਾਂ ਦਾ ਜ਼ਮਾਨਾ ਸੀ ਅਤੇ ਉਹਨਾਂ ਆਪਣੀ ਪੁੱਜਤ ਤੋਂ ਵੱਧ ਖਰਚ ਕਰਕੇ ਸਲਾਈਡ ਦਿਖਾਉਣ ਵਾਲੀ ਮਸ਼ੀਨ ਖਰੀਦੀ। ਉਹ ਮਸ਼ੀਨ ਰਾਹੀਂ ਸਲਾਈਡ ਦੀ ਤਸਵੀਰ ਕੰਧ ਉੱਤੇ ਲੱਗੇ ਪਰਦੇ 'ਤੇ ਦਿਖਾਉਂਦੇ ਅਤੇ ਨਾਲ ਬੋਲ ਕੇ ਇਤਿਹਾਸ ਦੀ ਵਾਰਦਾਤਾਂ ਨੂੰ ਸੁਣਾਉਂਦੇ। ਇਹ ਸਭ ਕੁਝ ਸਿੱਖ ਇਤਿਹਾਸ ਬਾਰੇ ਜਿਹੜਾ ਹੈ ਦੱਸਣ ਦੇ ਲਈ ਕਿਸੇ ਗੁਰਦੁਆਰੇ ਦੀ ਦੀਵਾਰ ਦੀ ਜ਼ਰੂਰਤ ਹੁੰਦੀ ਸੀ। ਇੱਕ ਵਾਰ ਮਜੰਗ ਦੇ ਕਿਸੇ ਗੁਰਦੁਆਰੇ ਵਿਖੇ ਪ੍ਰੋਗਰਾਮ ਪੇਸ਼ ਕਰਨ ਦੇ ਲਈ ਉਹ ਆਪਣੇ ਸਲਾਈਡਸ 'ਤੇ ਮਸ਼ੀਨ ਵਾਲਾ ਕਾਲਾ ਟਰੰਕ ਲੈ ਕੇ ਗਏ ਅਤੇ ਨਾਲ ਹੀ ਲੇਖਿਕਾ ਨੂੰ। ਰਾਤ ਨੂੰ ਗੁਰਦੁਆਰੇ ਦੇ ਬਾਹਰ ਇਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਸੀ ਤਾਂ ਲੇਖਕ ਦੇ ਪਿਤਾ ਦੀ ਆਵਾਜ਼ ਦੂਰ ਕਿਤੇ ਇਤਿਹਾਸ ਦੇ ਦਰਦ ਵਿੱਚ ਉਤਰੀ ਹੋਈ ਸੀ। ਲੋਕ ਦਰੀਆਂ ਉੱਤੇ ਬੈਠੇ ਦੇਖ ਰਹੇ ਸਨ ਅਤੇ ਅਚਾਨਕ ਪਿੱਛੋਂ ਕੁਝ ਲੋਕਾਂ ਦੀ ਆਵਾਜ਼ ਆਈ, ਬੰਦ ਕਰੋ ਇਹ ਸਿਨੇਮਾ। ਲੋਕ ਘਬਰਾ ਗਏ ਪਰ ਕੋਈ ਕੁਝ ਨਹੀਂ ਸੀ ਕਹਿ ਰਿਹਾ। ਲੇਖਿਕਾ ਦੇ ਪਿਤਾ ਜੀ ਨੇ ਆਪਣੇ ਨਾਲ ਦੇ ਬੰਦੇ ਨੂੰ ਆਪਣਾ ਸਾਰਾ ਸਮਾਨ ਟਰੰਕ ਵਿੱਚ ਪਾ ਕੇ ਤੁਰਨ ਲਈ ਕਿਹਾ ਅਤੇ ਨਾਲ ਹੀ ਲੇਖਿਕਾ ਨੂੰ ਬਾਹੋਂ ਫੜ ਕੇ ਭੀੜ ਵਿੱਚੋਂ ਬਾਹਰ ਆ ਗਏ। ਇਸ ਪਿੱਛੋਂ ਉਹਨਾਂ ਦਾ ਇਹ ਟਰੰਕ ਕਦੇ ਨਾ ਖੁੱਲ੍ਹਿਆ ਅਤੇ ਉਹ ਉਦਾਸ ਰਹਿਣ ਲੱਗੇ। ਉਹ ਸਿਰਫ ਇੰਨਾ ਹੀ ਕਹਿ ਛੱਡਦੇ, ਮੂਰਖਾਂ ਨਾਲ ਬਹਿਸ ਕਦੇ ਨਹੀਂ ਕਰੀਦੀ। ਅਗਲਾ ਜਿਹੜਾ ਸਾਡਾ ਪਾਠ ਹੈ 9ਵਾਂ, ਮੇਰਾ ਨਾਮਕਰਨ ਪ੍ਰਭਜੋਤ ਕੌਰ ਦਾ ਲਿਖਿਆ ਹੈਗਾ। ਲੇਖਿਕਾ ਨੂੰ ਮੋਤੀਆ ਨਾਂ ਪਸੰਦ ਕਿਉਂ ਨਹੀਂ ਸੀ, ਉਸਦੇ ਨਾਮਕਰਨ ਦੀ ਘਟਨਾ ਬਾਰੇ ਦੱਸੋ। ਲੇਖਿਕਾ ਨੂੰ ਮੋਤੀਆ ਨਾਂ ਇਸ ਕਰਕੇ ਪਸੰਦ ਨਹੀਂ ਸੀ ਕਿਉਂਕਿ ਉਹ ਸਮਝਦੀ ਸੀ ਕਿ ਉਹ ਕੋਈ ਫੁੱਲ ਨਹੀਂ ਹੈ ਜੋ ਇੱਕ ਜਾਂ ਇੱਕ ਤੋਂ ਵੱਧ ਦਿਨ ਲਈ ਜੀ ਸਕਦਾ ਹੈ। ਉਸ ਨੂੰ ਇਸ ਗੱਲ ਦਾ ਅਹਿਸਾਸ ਸੀਗਾ ਕਿ ਮੋਤੀਆ ਤਾਂ ਕੇਵਲ ਇੱਕ ਦਿਨ ਦਾ ਸ਼ਿੰਗਾਰ ਹੁੰਦਾ ਹੈ, ਉਹ ਤਾਂ ਚਿਰੰਜੀਵੀ ਹੋਣਾ ਰੋਚਦੀ ਸੀ। ਉਸਦੇ ਮਨ ਵਿੱਚ ਮਾਰਨ ਮਗਰੋਂ ਵੀ ਜਿਉਂਦੇ ਰਹਿਣ ਦੀ ਇੱਛਾ ਸੀ। ਫਿਰ ਜਦੋਂ ਉਹ ਲਾਹੌਰ ਆ ਕੇ ਉਸ ਨੂੰ ਖਾਲਸਾ ਗਰਲਜ਼ ਸਕੂਲ ਵਿੱਚ ਦਾਖਲ ਕਰਾਉਣ ਦਾ ਫੈਸਲਾ ਹੋਇਆ ਤਾਂ ਉਸਨੇ ਹੜਤਾਲ ਕਰ ਦਿੱਤੀ ਕਿ ਉਹ ਇਸ ਨਾਲ ਸਕੂਲ ਨਹੀਂ ਜਾਵੇਗੀ।
ਮਾਪਿਆਂ ਨੇ ਉਸ ਦੀ ਜਿੱਦ ਅੱਗੇ ਝੁਕਣਾ ਪਿਆ ਅਤੇ ਘਰ ਵਿੱਚ ਅਖੰਡ ਪਾਠ ਰੱਖਿਆ ਗਿਆ ਅਤੇ ਵਾਕ ਲੈਣ ਪਿੱਛੋਂ ਪੱਪਾ ਅੱਖਰ ਨਿਕਲਿਆ। ਲੇਖਿਕਾ ਦੇ ਪਿਤਾ ਦੇ ਦੋਸਤ ਸੰਤ ਸਿੰਘ ਨੇ ਪ੍ਰਭਜੀਤ ਨਾਂ ਤਜਵੀਜ਼ ਕੀਤਾ। ਲੇਖਿਕਾ ਨੇ ਆਪ ਹੀ ਥੋੜ੍ਹੀ ਤਬਦੀਲੀ ਕਰਕੇ ਪ੍ਰਭਜੋਤ ਨਾਂ ਸਵੀਕਾਰ ਕੀਤਾ ਅਤੇ ਉਸਨੇ ਆਪਣਾ ਨਾਮ ਆਪ ਹੀ ਰੱਖਿਆ। ਅਗਲਾ ਪ੍ਰਸ਼ਨ ਹੈ, ਲੇਖਿਕਾ ਦੇ ਜਨਮ ਉਪਰੰਤ ਉਸਦੇ ਘਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਪ੍ਰਤੀਕਿਰਿਆ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਲੇਖਿਕਾ ਮਾਪਿਆਂ ਦੀ ਤੀਜੀ ਕੁੜੀ ਸੀ। ਉਸਦੇ ਜਨਮ ਦੀ ਖਬਰ ਸੁਣ ਕੇ ਉਸਦੀਆਂ ਚਾਚੀਆਂ ਤਾਈਆਂ ਅਤੇ ਗੁਆਂਢਣਾਂ ਨੇ ਹਾਏ ਹਾਏ ਕਰਨੀ ਸ਼ੁਰੂ ਕਰ ਦਿੱਤੀ। ਉਸਦੀ ਮਾਂ ਨੇ ਜਦੋਂ ਇਹ ਸ਼ਬਦ ਸੁਣੇ ਤਾਂ ਉਹ ਵੀ ਉਸ ਵੱਲ ਪਿੱਠ ਕਰਕੇ ਲੇਟ ਗਈ। ਫਿਰ ਜਦੋਂ ਉਸਦੇ ਦਾਦਾ ਜੀ ਨੂੰ ਪਤਾ ਲੱਗਿਆ ਤਾਂ ਉਸਨੇ ਜਨਾਨੀਆਂ ਨੂੰ ਡਾਂਟਿਆ ਅਤੇ ਕਿਹਾ ਕੁੜੀ ਦੇ ਮੱਥੇ 'ਤੇ 7 ਭਾਗ ਹੁੰਦੇ ਨੇ। ਇਹ ਹਾਏ ਹਾਏ ਕਰਕੇ ਇਸ ਲਿਖਤ ਨੂੰ ਮੇਟ ਰਹੀਆਂ ਨੇ। ਨਾਲ ਹੀ ਉਹਨਾਂ ਨੇ ਉਸ ਦਾਦੀ ਨੂੰ ਹੁਕਮ ਦਿੱਤਾ ਕਿ ਮਿਸ਼ਰੀ ਦਾ ਕੜਾਹ ਬਣਾ ਕੇ ਸਾਰੇ ਪਿੰਡ ਵਿੱਚ ਵੰਡੇ। ਅਗਲਾ ਪ੍ਰਸ਼ਨ, ਭਗਤ ਸਿੰਘ ਹੋਰਾਂ ਦੀ ਸ਼ਹੀਦੀ ਬਾਰੇ ਮੇਰਾ ਨਾਮਕਰਨ ਸਵੈਜੀਵਨੀ ਅੰਸ਼ ਵਿੱਚ ਜੋ ਵੇਰਵਾ ਦਿੱਤਾ ਗਿਆ ਹੈ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। 23 ਮਾਰਚ 1931 ਨੂੰ ਜਦੋਂ ਭਗਤ ਸਿੰਘ ਹੋਰਾਂ ਨੂੰ ਫਾਂਸੀ ਲਾਈ ਗਈ ਉਦੋਂ ਲੇਖਿਕਾ ਸਿਰਫ 7 ਕੁ ਸਾਲ ਦੀ ਸੀ। ਸਭ ਦੇ ਚਿਹਰੇ ਉਦਾਸ ਤੇ ਡਰੇ ਹੋਏ ਸਨ। ਲੇਖਿਕਾ ਨੂੰ ਇੰਨੀ ਸਮਝ ਨਹੀਂ ਸੀ। ਉਸਨੂੰ ਗੱਲਾਂ ਤੋਂ ਪਤਾ ਲੱਗਿਆ ਕਿ ਬੋਸਟਲ ਜੇਲ੍ਹ ਵਿੱਚ ਦੇਸ਼ ਭਗਤਾਂ ਨੂੰ ਫਾਂਸੀ ਲਾ ਕੇ ਚੋਰੀ ਲਾਸ਼ਾਂ ਸਤਲੁਜ ਦੇ ਕੰਢੇ ਹੁਸੈਨੀਵਾਲਾ ਪਿੰਡ ਦੇ ਕੋਲ ਦਬਾ ਦਿੱਤੀਆਂ ਹਨ। ਲੇਖਿਕਾ ਨੂੰ ਇਹ ਗੱਲ ਸਮਝ ਆ ਰਹੀ ਸੀ ਕਿ ਅੰਗਰੇਜ਼ ਸਰਕਾਰ ਦਾ ਇਹ ਸਭ ਕੁਝ ਕਰਨ ਹੈਗਾ ਲੋਕਾਂ ਦਾ ਡਰ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਨਾਂ ਹੌਲੀ ਹੌਲੀ ਦੱਬੀ ਆਵਾਜ਼ ਵਿੱਚ ਗੂੰਜਦੇ ਸਨ। ਇਹਨਾਂ ਦੇਸ਼ ਭਗਤਾਂ ਦੀ ਫਾਂਸੀ ਨੇ ਲੇਖਿਕਾ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਾਇਆ। ਅਗਲਾ ਪ੍ਰਸ਼ਨ ਹੈ, ਮੇਰਾ ਨਾਮਕਰਨ ਵਿੱਚ ਲੇਖਿਕਾ ਦੀ ਸ਼ਖਸੀਅਤ ਦਾ ਆਪਣੇ ਸ਼ਬਦਾਂ ਵਿੱਚ ਵਰਣਨ ਕਰੋ। ਮੇਰਾ ਨਾਮਕਰਨ ਪ੍ਰਭਜੋਤ ਕੌਰ ਦੀ ਸਵੈਜੀਵਨੀ ਵਿੱਚ ਜਿਹੜਾ ਹੈ ਜੀਣਾ ਇੱਕ ਅਦਾ ਹੈ, ਉਸਦਾ ਇੱਕ ਭਾਗ ਹੈ। ਲੇਖਿਕਾ ਦਾ ਜਨਮ ਜੁਲਾਈ 1924 ਦੇ ਵਿੱਚ ਲੰਗੜਿਆਲ ਜ਼ਿਲ੍ਹਾ ਗੁਜਰਾਤ ਪਾਕਿਸਤਾਨ ਦੇ ਵਿੱਚ ਹੋਇਆ। ਉਹ ਮਾਪਿਆਂ ਦੀ ਤੀਜੀ ਧੀ ਸੀ ਅਤੇ ਉਹ 3 ਭੈਣਾਂ ਅਤੇ 1 ਭਰਾ ਸੀਗਾ। ਉਸਦਾ ਨਾਮ ਮੋਤੀਆ ਰੱਖਿਆ ਗਿਆ, ਪਰ ਉਸਨੂੰ ਆਪਣਾ ਨਾਮ ਪਸੰਦ ਨਹੀਂ ਆਇਆ ਅਤੇ ਉਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਆਪਣਾ ਨਾਂ ਕਢਵਾ ਕੇ ਪ੍ਰਭਜੋਤ ਕੌਰ ਰੱਖ ਲਿਆ। ਸਿਰਜਣਾਤਮਕ ਰੁਚੀਆਂ, ਬਚਪਨ ਤੋਂ ਹੀ ਉਸ ਵਿੱਚ ਸਿਰਜਣਾਤਮਕ ਰੁਚੀਆਂ ਜਾਗ ਪਈਆਂ। ਉਸਦੀ ਅਧਿਆਪਕ ਵੀ ਉਸਦੀਆਂ ਅੱਲ੍ਹੀਆਂ ਪੜ੍ਹ ਕੇ ਹੈਰਾਨ ਸੀ। ਉਸਨੂੰ ਅੰਗਰੇਜ਼ਾਂ ਦੀ ਗੁਲਾਮੀ ਬਾਰੇ ਪਤਾ ਲੱਗ ਗਿਆ। ਉਸਨੂੰ ਦੇਸ਼ ਭਗਤਾਂ ਦੀ ਸ਼ਹੀਦੀ ਅਤੇ ਸਮਾਜ ਸੁਧਾਰਕ ਲਹਿਰਾਂ ਦਾ ਵੀ ਅਹਿਸਾਸ ਸੀ ਅਤੇ ਉਸਨੂੰ ਸਮਾਜ ਵਿੱਚ ਇਸਤਰੀ ਦੇ ਨੀਵੇਂ ਦਰਜੇ ਦਾ ਵੀ ਦੁੱਖ ਸੀਗਾ। ਅਗਲਾ ਪ੍ਰਸ਼ਨ ਹੈ, ਕੀ ਇਹ ਸੱਚਮੁੱਚ ਦਾ ਸੁਧਾਰ ਸੀ ਜਾਂ ਬਾਹਰਮੁਖੀ ਮਖੌਟਾ? ਸਮਾਜ ਸੁਧਾਰਕ ਲਹਿਰਾਂ ਬਾਰੇ ਲੇਖਿਕਾ ਅਜਿਹਾ ਕਿਉਂ ਕਹਿੰਦੀ ਹੈ? ਇਹ ਵੀ ਇੱਕ ਮਹੱਤਵਪੂਰਨ ਪ੍ਰਸ਼ਨ ਹੈ, ਤੁਸੀਂ ਪੜ੍ਹ ਲੈਣਾ ਹੈ। ਅਤੇ ਅਗਲਾ ਪਾਠ ਹੈ 10ਵਾਂ, ਆਪਣੀ ਸੋਚ ਦੇ ਗਹਿਰੇ ਸਾਹਿਤ। ਡਾਕਟਰ ਸੁਹਿੰਦਰ ਸਿੰਘ ਲੇਖਕ ਨੇ ਵਿੱਦਿਆ ਪ੍ਰਾਪਤੀ ਅਤੇ ਖੋਜ ਦਾ ਕੰਮ ਅੰਤਾਂ ਦੀਆਂ ਆਰਥਿਕ ਤੰਗੀਆਂ ਦੇ ਬਾਵਜੂਦ ਕੀਤਾ। ਇਸ ਸੰਬੰਧੀ ਇੱਕ ਨੋਟ ਲਿਖੋ। ਆਪਣੀ ਸੋਚ ਦੇ ਗਹਿਰੇ ਸਾਹਿਤ ਸਵੈਜੀਵਨੀ ਅੰਸ਼ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਇਸ ਦੇ ਲੇਖਕ ਨੇ ਆਪਣੀ ਵਿੱਦਿਆ ਪ੍ਰਾਪਤੀ ਅਤੇ ਖੋਜ ਦਾ ਕੰਮ ਅੰਤਾਂ ਦੀਆਂ ਆਰਥਿਕ ਤੰਗੀਆਂ ਦੀ ਪ੍ਰਾਪਤੀ ਲਈ ਵਿੱਦਿਆ ਇਸ ਤਰ੍ਹਾਂ ਜਿਹੜਾ ਹੈ ਆਰਥਿਕ ਤੰਗੀਆਂ ਦੇ ਕਰਕੇ ਮਤਲਬ ਬੜੀ ਤੰਗੀਆਂ ਮਹਿਸੂਸ ਕੀਤੀਆਂ ਕਿਉਂਕਿ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਕਾਰਨ ਇਹ ਸੀਗਾ ਵੀ ਆਰਥਿਕ ਤੰਗੀਆਂ ਤਾਂ ਸਹਿਣੀ ਪਈਆਂ ਕਿਉਂਕਿ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਉਹ ਆਰਥਿਕ ਤੰਗੀਆਂ ਵਿੱਚ ਘਿਰਿਆ ਹੋਇਆ ਸੀ। ਉਸਦੇ ਸਿਰ ਦੇ ਉੱਤੇ 4 ਬੱਚਿਆਂ ਅਤੇ ਪਤਨੀ ਦਾ ਬੋਝ ਵੀ ਸੀ। ਸਾਈਕਲ ਖਰੀਦਣ ਲਈ ਉਸਨੇ ਪਤਨੀ ਦੇ ਗਹਿਣੇ ਵੇਚੇ। ਕਦੇ ਉਹ ਟਿਊਸ਼ਨਾਂ ਪੜ੍ਹਾਉਂਦਾ, ਕਦੇ ਅਖਬਾਰ ਵਿੱਚ ਛਪੇ ਲੇਖ ਤੋਂ ਕੁਝ ਰਕਮ ਪ੍ਰਾਪਤ ਕਰਦਾ, ਕਦੇ ਘਰ ਦਾ ਸਮਾਨ ਵੇਚ ਦਿੰਦਾ। ਗਰੀਬੀ ਦਾ ਸਭ ਤੋਂ ਕੌੜਾ ਅਨੁਭਵ ਉਸਨੂੰ ਉਸ ਸਮੇਂ ਹੋਇਆ ਜਦੋਂ ਉਹ ਸਾਈਕਲ ਲਾਇਬ੍ਰੇਰੀ ਵਿੱਚ ਰੱਖਣ ਲਈ ਉਸਦੀ ਜੇਬ ਦੇ ਵਿੱਚ ਆਨਾ ਵੀ ਨਹੀਂ ਸੀ, ਮਤਲਬ ਉਹਦਾ ਜੋ ਕਿਰਾਇਆ ਸੀਗਾ ਉਹ ਵੀ ਨਹੀਂ ਸੀ ਦੇ ਸਕਦਾ। ਇਸ ਤਰ੍ਹਾਂ ਲੇਖਕ ਨੇ ਵਿੱਦਿਆ ਪ੍ਰਾਪਤੀ ਅਤੇ ਖੋਜ ਦਾ ਕੰਮ ਅੰਤਾਂ ਦੀਆਂ ਆਰਥਿਕ ਤੰਗੀਆਂ ਦੇ ਵਿੱਚ ਕੀਤਾ ਸੀ। ਅਗਲਾ ਪ੍ਰਸ਼ਨ, ਆਪਣੀ ਸੋਚ ਦੇ ਗਹਿਰੇ ਸਾਹਿਤ ਸਵੈਜੀਵਨੀ ਅੰਸ਼ ਦੇ ਲੇਖਕ ਨੇ ਸਮੇਂ-ਸਮੇਂ ਆਪਣੇ ਜੀਵਨ ਮਨੋਰਥ ਕੀ ਸਿੱਖਿਆ ਅਤੇ ਕਿਉਂ? ਲੇਖਕ ਨੇ ਆਪਣੇ ਵੱਖ-ਵੱਖ ਤਜਰਬਿਆਂ ਅਤੇ ਸ਼ਖਸੀਅਤਾਂ ਦੇ ਪ੍ਰਭਾਵ ਹੇਠ ਆ ਕੇ ਆਪਣੇ ਜੀਵਨ ਦੇ ਮਨੋਰਥ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਮਨੋਰਥ ਸੋਚੇ ਸੀ ਉਹਨੇ। ਸਭ ਤੋਂ ਪਹਿਲਾਂ ਹਿਸਾਬ ਦੇ ਮਾਸਟਰ ਅਰਜਨ ਸਿੰਘ ਦੀ ਸ਼ਖਸੀਅਤ ਦੇ ਪ੍ਰਭਾਵ ਹੇਠ ਆ ਕੇ ਉਸਨੇ ਹਿਸਾਬ ਦਾ ਮਾਸਟਰ ਬਣਨ ਦਾ ਫੈਸਲਾ ਕੀਤਾ। ਫਿਰ ਜਦੋਂ ਉਹ ਕਾਲਜ ਪੜ੍ਹਨ ਲੱਗਿਆ ਤਾਂ ਇੱਕ ਹੋਰ ਮਾਸਟਰ ਪੰਜਾਬੀ ਅਤੇ ਅੰਗਰੇਜ਼ੀ ਦੇ ਲੈਕਚਰਰ ਦੀ ਸ਼ਖਸੀਅਤ ਅਤੇ ਰਚਨਾਤਮਕ ਪ੍ਰਤਿਭਾ ਸਦਕਾ ਉਸਨੇ ਲੈਕਚਰਰ ਬਣਨਾ ਹੀ ਆਪਣੇ ਜੀਵਨ ਦਾ ਮਨੋਰਥ ਮਿਥ ਲਿਆ। ਲੈਕਚਰਰ ਬਣਨ ਦੀ ਤਮੰਨਾ ਕਰਕੇ ਉਸਨੇ MA ਦਾ ਇਮਤਿਹਾਨ ਦਿੱਤਾ, ਪਰ ਉਸਦੀ ਜਿਹੜੀ ਡਿਵੀਜ਼ਨ ਹੈ ਉਸਦੀ 2nd ਡਿਵੀਜ਼ਨ ਨਾ ਆਉਣ ਕਰਕੇ ਉਹ ਲੈਕਚਰਰ ਨਹੀਂ ਸੀ ਬਣ ਸਕਦਾ। ਫਿਰ ਉਸਨੇ PhD ਪੰਜਾਬ ਦੇ ਲੋਕ ਸਾਹਿਤ ਵਿਸ਼ੇ 'ਤੇ ਕਰਨੀ ਸ਼ੁਰੂ ਕੀਤੀ। ਇਹ ਕਰਦਿਆਂ ਉਸਨੂੰ ਕਾਫੀ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪਿਆ। ਉਸਦੀ ਪਤਨੀ ਨੇ ਉਸਦਾ ਪੂਰਾ ਸਾਥ ਦਿੱਤਾ। ਜਦੋਂ ਉਹ ਲੋਕ ਸਾਹਿਤ ਵਿਸ਼ੇ ਸੰਬੰਧੀ ਸਮੱਗਰੀ ਇਕੱਠੀ ਕਰਨ ਲਈ ਇੱਕ ਵਾਰ ਲਾਇਬ੍ਰੇਰੀ ਗਿਆ, ਪਰ ਉਸ ਕੋਲ ਸਾਈਕਲ ਰੱਖਣ ਦੇ ਲਈ ਇੱਕ ਆਨਾ ਵੀ ਨਹੀਂ ਸੀ। ਫਿਰ ਉਸਨੇ ਆਪਣੇ ਜੀਵਨ ਦਾ ਮਨੋਰਥ ਇਹ ਮਿਥ ਲਿਆ ਕਿ ਉਹ ਪੈਸੇ ਕਮਾਵੇਗਾ ਅਤੇ ਮਕਾਨ ਬਣਾਵੇਗਾ ਅਤੇ ਅਮੀਰ ਬਣ ਜਾਵੇਗਾ। ਮਤਲਬ ਇਸ ਤਰ੍ਹਾਂ ਵੱਖਰੇ ਸਮੇਂ ਤੋਂ ਉਸਦੇ ਮਨੋਰਥ ਬਦਲਦੇ ਰਹੇ ਸੀਗੇ। ਅਗਲਾ ਜੋ ਪ੍ਰਸ਼ਨ ਹੈ ਤੀਸਰਾ, ਲੋਕ ਸਾਹਿਤ ਇਕੱਤਰ ਕਰਨ ਲਈ ਲੇਖਕ ਨੂੰ ਕਿਸ ਤਰ੍ਹਾਂ ਦੇ ਯਤਨ ਕਰਨੇ ਪਏ? ਇਸ ਪਾਠ ਦੇ ਆਧਾਰ 'ਤੇ ਆਪਾਂ ਨੂੰ ਦੱਸਣਾ ਹੈਗਾ ਅਤੇ ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਲੇਖਕ ਨੇ ਬੜੀਆਂ ਸਾਰੀਆਂ ਔਕੜਾਂ ਦਾ ਸਾਹਮਣਾ ਉਹਨੂੰ ਕਰਨਾ ਪਿਆ ਵਾਰੀ-ਵਾਰੀ।
ਤਾਂ ਲੋਕ ਸਾਹਿਤ ਇਕੱਤਰ ਕਰਨ ਲਈ ਲੇਖਕ ਨੂੰ ਬਹੁਤ ਮਿਹਨਤ ਅਤੇ ਆਰਥਿਕ ਤੰਗੀਆਂ ਵਿੱਚੋਂ ਗੁਜ਼ਰਨਾ ਪਿਆ। ਲੋਕ ਸਾਹਿਤ ਇਕੱਤਰ ਕਰਨ ਤੋਂ ਪਹਿਲਾਂ ਉਸ ਨਾਲ ਸੰਬੰਧਿਤ ਜਾਣਕਾਰੀ ਹਾਸਲ ਕਰਨੀ ਜ਼ਰੂਰੀ ਸੀ। ਲੇਖਕ ਨੇ ਪਹਿਲਾਂ ਹਾਰਡਿੰਗ ਆਰਕੀਓਲੋਜੀਕਲ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਵਿੱਚੋਂ ਲੋਕ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਦਾ ਅਧਿਐਨ ਕੀਤਾ। ਆਹ ਸਾਰੀਆਂ ਲਾਇਬ੍ਰੇਰੀਆਂ ਦੇ ਨਾਮ ਨੇ ਬੇਟਾ। ਇਸ ਤੋਂ ਬਿਨਾਂ ਬਹੁਤ ਸਾਰੀ ਸਮੱਗਰੀ ਲੋਕਾਂ ਤੋਂ ਇਕੱਠੀ ਕੀਤੀ। ਲੇਖਕ ਨੇ ਇੱਕ ਸ਼ਰਨਾਰਥੀ ਸੀਗਾ ਜੋ ਪੱਛਮੀ ਪੰਜਾਬ ਤੋਂ ਦਿੱਲੀ ਆ ਕੇ ਵਸੇ ਸੀਗੇ ਅਤੇ ਮੁਲਤਾਨੀ ਪੰਜਾਬ ਦੀ ਪਰਿਵਾਰ ਦੀ ਲੜਕੀ ਪੁਸ਼ਪਾ ਤੋਂ ਬਹੁਤ ਸਾਰੀ ਸਮੱਗਰੀ ਇਕੱਤਰ ਕੀਤੀ। ਲੇਖਕ ਨੇ ਆਪਣੇ ਘਰੇ ਲੱਕੜਾਂ ਸੁੱਟਣ ਆਉਣ ਵਾਲੇ ਮੁਲਤਾਨੀ ਬੁੱਢੇ ਤੋਂ ਵੀ ਲੋਕ ਸਾਹਿਤ ਸੰਬੰਧੀ ਕਾਫੀ ਸਮੱਗਰੀ ਪ੍ਰਾਪਤ ਕੀਤੀ। ਲੇਖ ਨੂੰ ਜਿੱਥੇ ਤੇ ਵੀ ਕੋਈ ਅਖਾਣ ਗੀਤ ਕਹਾਣੀ ਮਿਲਦੀ ਉਸ ਨੂੰ ਸੰਭਾਲ ਲੈਂਦਾ। ਇੱਕ ਵਾਰ ਉਸਨੇ ਆਪਣੀ ਸੱਸ ਦੀਆਂ ਲਾਉਣੀਆਂ ਜਿਹੜੀਆਂ ਹੈਗੀਆਂ ਨੇ ਲਿਖਵਾਉਣ ਲਈ ਕਿਹਾ, ਪਰ ਉਹ ਹਮੇਸ਼ਾ ਟਾਲ ਛੱਡਦੀ। ਇੱਕ ਵਾਰ ਜਦੋਂ ਉਸਨੇ ਬੜੀ ਜਿੱਦ ਕੀਤੀ ਤਾਂ ਉਸਦੀ ਸੱਸ ਨੇ ਦਰੀ ਵਿਛਾ ਕੇ ਲੰਮਾ ਘੁੰਡ ਕੱਢ ਕੇ ਆਪਣੇ 2-3 ਸਾਲ ਪਹਿਲਾਂ ਮਰੇ ਪੁੱਤਰ ਨੂੰ ਯਾਦ ਕਰਕੇ ਲਾਉਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਲੇਖਕ ਨੇ ਉਹਨਾਂ ਤੋਂ ਇਹ ਸਿੱਖਿਆ। ਸਹੁਰੇ ਪਿੰਡ ਦੇ ਇੱਕ ਹਾਰਨ ਪ੍ਰਕਾਸ਼ ਕੋਲੋਂ ਵੀ ਢੇਰ ਸਾਰੇ ਗੀਤ ਇਕੱਤਰ ਕੀਤੇ। ਇਸ ਤਰ੍ਹਾਂ ਲੇਖਕ ਨੇ ਸਖਤ ਮਿਹਨਤ ਅਤੇ ਘਰ ਦੀਆਂ ਤੰਗੀਆਂ ਨੂੰ ਸਹਿ ਕੇ ਲੋਕ ਸਾਹਿਤ ਨੂੰ ਇਕੱਤਰ ਕੀਤਾ। ਅਗਲਾ ਪ੍ਰਸ਼ਨ ਹੈ, ਆਪਣੀ ਸੋਚ ਦੇ ਗਹਿਰੇ ਸਹਿਜੀਵਨੀ ਅੰਸ਼ ਦੇ ਲੇਖਕ ਦੀ ਉਸਦੇ ਗੁਆਂਢ ਵਿੱਚ ਰਹਿੰਦੇ ਮੁਲਤਾਨੀ ਬਜ਼ੁਰਗ ਨਾਲ ਜੋ ਗੱਲਬਾਤ ਹੋਈ ਉਸ ਵਿਚਲੇ ਉਪਭਾਸ਼ਾਈ ਅੰਸ਼ਾਂ ਨੂੰ ਕੇਂਦਰੀ ਪੰਜਾਬੀ ਵਿੱਚ ਤਬਦੀਲ ਕਰਕੇ ਮੁੜ ਲਿਖੋ। ਲੇਖਕ ਨੇ ਮੁਲਤਾਨੀ ਬੁੱਢੇ ਵਿੱਚ ਦੇ ਨਾਲ ਗੱਲਬਾਤ ਕੀਤੀ ਅਤੇ ਆਪਾਂ ਨੂੰ ਕੇਂਦਰੀ ਪੰਜਾਬੀ ਵਿੱਚ ਤਬਦੀਲ ਕਰਕੇ ਲਿਖਿਆ ਹੋਇਆ। ਲੇਖਕ ਉਸ ਬਜ਼ੁਰਗ ਨੂੰ ਕਹਾਣੀ ਅਤੇ ਗੀਤ ਲਿਖਣ ਲਈ ਪ੍ਰੇਰਦਾ ਹੈ। ਬੜੇ ਸਵਾਬ ਦਾ ਕੰਮ ਹੈ, ਪੁੰਨ ਖੱਟ ਲੈ। ਫਿਰ ਅੱਗੇ ਬਜ਼ੁਰਗ ਕਹਿੰਦਾ ਹੈ, ਉਸ ਨੂੰ ਕੰਮ ਤੋਂ ਵਿਹਲ ਨਹੀਂ ਮਿਲਦੀ ਤਾਂ ਉਸਦੇ ਪੁੱਤਰ ਨਿਕੰਮੇ ਨੇ ਅਤੇ ਬਸ ਬਹਿ ਕੇ ਰੋਟੀ ਛਕ ਲੈਂਦੇ ਨੇ। ਤੂੰ ਕਿੰਨੇ ਪੈਸੇ ਰੋਜ਼ ਕਮਾ ਲੈਂਦਾ? 2.5 ਰੁਪਏ। ਇੰਨੇ ਤੂੰ ਮੇਰੇ ਕੋਲ ਲੈ ਲੈ ਅਤੇ 4 ਦਿਹਾੜੇ ਮੇਰੇ ਕੋਲ ਹੀ ਟਿੱਕ ਕੇ ਰਹਿ ਲੈ। ਇਸ 'ਤੇ ਬਜ਼ੁਰਗ ਕਹਿੰਦਾ ਹੈ, ਮੈਂ ਮੁਫਤ ਦੇ ਰੁਪਈਏ ਕਿਉਂ ਲਵਾਂ? ਮੈਂ ਰੱਬ ਅੱਗੇ ਜਾਨ ਨਹੀਂ ਦੇਣੀ। ਫਿਰ ਉਹ ਜਾਣ ਵੇਲੇ ਕਹਿੰਦਾ ਹੈ ਕਿ ਜਦੋਂ ਮੈਂ ਵਿਹਲਾ ਹੋਵਾਂਗਾ ਮੈਂ ਆਪੇ ਹੀ ਆ ਜਾਵਾਂਗਾ। ਮਤਲਬ ਇਹ ਕੇਂਦਰੀ ਪੰਜਾਬੀ ਵਿੱਚ ਉਸ ਦੀ ਵਾਰਤਾਲਾਪ ਹੈ ਜੋ ਆਪਾਂ ਇਸ ਨੂੰ ਚੇਂਜ ਕਰਕੇ ਲਿਖੀ ਹੈਗੀ ਹੈ। ਅਗਲਾ ਮਹੱਤਵਪੂਰਨ ਪ੍ਰਸ਼ਨ ਹੈਗਾ ਕਿ ਡਾਕਟਰ ਬਣਜਾਰਾ ਵਿਦ ਦੀ ਸ਼ਖਸੀਅਤ ਬਾਰੇ ਆਪਾਂ ਦੱਸਣਾ ਹੈਗਾ। ਇਹ ਵੀ ਤੁਸੀਂ ਆਪ ਪੜ੍ਹ ਲੈਣਾ ਬੇਟੇ, ਕਿਉਂਕਿ ਵੀਡੀਓ ਬਹੁਤ ਲੰਬੀ ਹੋਈ ਜਾ ਰਹੀ ਹੈਗੀ ਆ ਅਤੇ ਫਿਰ ਇਹਦੇ ਨਾਲ ਤੁਹਾਨੂੰ ਪਰੇਸ਼ਾਨੀ ਹੁੰਦੀ ਹੈਗੀ ਹੈ। ਅਤੇ ਅਗਲਾ ਪਾਠ ਹੈ ਜਿਹੜਾ ਚੰਡੀਗੜ੍ਹ ਵਿੱਚ ਨਿਯੁਕਤੀ, ਡਾਕਟਰ ਜਸਵੰਤ ਸਿੰਘ ਨੇਕੀ। ਚੰਡੀਗੜ੍ਹ ਵਿੱਚ ਨਿਯੁਕਤੀ ਸਵੈਜੀਵਨੀ ਅੰਸ਼ ਵਿੱਚ ਲੇਖਕ ਨੇ ਕਾਲ ਦੇ ਮਹੱਤਵ ਬਾਰੇ ਜੋ ਕੁਝ ਕਿਹਾ ਹੈ ਉਹ ਆਪਣੇ ਸ਼ਬਦਾਂ ਵਿੱਚ ਲਿਖੋ। ਲੇਖਕ ਉੱਦਮ ਦੀ ਵਡਿਆਈ ਕਰਦਿਆਂ ਕਹਿੰਦਾ ਹੈ ਕਿ ਉੱਦਮ ਹੀ ਮਨੁੱਖ ਦੀ ਜ਼ਿੰਦਗੀ ਦੀ ਸ਼ਾਨ ਹੈ। ਸਾਡੀ ਜ਼ਿੰਦਗੀ ਉੱਦਮ ਤੋਂ ਬਿਨਾਂ ਸੁੰਨਸਾਨ ਰਹਿੰਦੀ ਹੈ। ਉੱਦਮ ਨਾਲ ਖੰਭ ਫੜ ਬਣਾਉਂਦੇ ਪੰਛੀ ਉੱਚੀਆਂ ਅਸਮਾਨੀ ਉਡਾਰੀਆਂ ਮਾਰਦੇ ਹੈਗੇ ਨੇ ਅਤੇ ਰੱਬ ਵੀ ਉੱਦਮ ਕਰਨ ਵਾਲੇ ਬੰਦੇ ਦਾ ਸੰਗੀ ਸਾਥੀ ਬਣਦਾ ਹੈ। ਇਸ ਪ੍ਰਕਾਰ ਉੱਦਮ ਨਾਲ ਹੀ ਜ਼ਿੰਦਗੀ ਵਿੱਚ ਸਫਲਤਾ ਅਤੇ ਖੁਸ਼ੀ ਮਿਲਦੀ ਹੈ। ਇੱਥੇ ਕੀ ਹੈ? ਉੱਦਮ ਦਾ ਮਹੱਤਵ ਹੈਗਾ ਪ੍ਰਸ਼ਨ ਬੇਟੇ, ਠੀਕ ਹੈ। ਅਗਲਾ ਪ੍ਰਸ਼ਨ ਹੈ, ਸਵੈਜੀਵਨੀ ਅੰਸ਼ ਚੰਡੀਗੜ੍ਹ ਵਿੱਚ ਨਿਯੁਕਤੀ ਵਿੱਚ ਲੇਖਕ ਦੀ ਕਿਹੋ ਜਿਹੀ ਸ਼ਖਸੀਅਤ ਉੱਭਰਦੀ ਹੈ? ਲੇਖਕ ਇੱਕ ਉੱਚ ਸਿੱਖਿਆ ਪ੍ਰਾਪਤ ਡਾਕਟਰ ਹੈ। ਉਹ ਪਹਿਲਾਂ ਦਿੱਲੀ ਵਿੱਚ ਅਤੇ ਬਾਅਦ ਵਿੱਚ ਉਸ ਦੀ ਬਦਲੀ ਪੰਜਾਬ ਦੇ ਵੱਡੇ ਡਾਕਟਰੀ ਸੰਸਥਾਨ PGI ਦੇ ਵਿੱਚ ਬਤੌਰ ਡਾਕਟਰ ਹੋ ਜਾਂਦੀ ਹੈ। ਉਹ ਆਪਣੇ ਕੰਮ ਵਿੱਚ ਬੜਾ ਮਿਹਨਤੀ ਅਤੇ ਪ੍ਰਬੰਧਕ ਸੀ। ਉਸਨੇ PGI ਆ ਕੇ 3-4 ਦਿਨ ਰਾਤ ਇੱਕ ਕਰਕੇ ਪ੍ਰਬੰਧ ਨੂੰ ਠੀਕ ਤਰੀਕੇ ਨਾਲ ਚਲਾਇਆ ਅਤੇ ਜੋ ਕਿ ਉਸ ਲਈ ਬਿਲਕੁਲ ਨਵਾਂ ਸੀ। ਉਸਨੇ ਆਪਣੇ ਨਿੱਜੀ ਜੀਵਨ ਅਤੇ ਪਰਿਵਾਰ ਦੀ ਸੰਭਾਲ ਦੀ ਪਰਵਾਹ ਨਹੀਂ ਕੀਤੀ, ਸਗੋਂ ਆਪਣੇ ਕੰਮਾਂ ਦੇ ਵਿੱਚ ਹੀ ਰੁੱਝੇ ਰਹੇ। ਉਹ ਉੱਦਮ ਨੂੰ ਹੀ ਸ਼ਾਨ ਅਤੇ ਘਾਲਣਾ ਨੂੰ ਪੂਜਾ ਸਮਝਦਾ ਸੀ। ਉਸਦਾ ਵਿਸ਼ਵਾਸ ਸੀ ਕਿ ਰੱਬ ਉੱਦਮ ਕਰਨ ਵਾਲੇ ਬੰਦੇ ਦਾ ਸਾਥੀ ਬਣਦਾ ਹੈ। ਇਸ ਕਰਕੇ ਉਹ ਹੱਥੀਂ ਕਿਰਤ ਕਰਨ ਅਤੇ ਮਨ ਪਰਮਾਤਮਾ ਵਿੱਚ ਲਾਈ ਰੱਖਦਾ ਸੀ। ਇੰਨੇ ਰੁਝੇਵਿਆਂ ਦੇ ਬਾਵਜੂਦ ਉਹ ਕਵਿਤਾ ਦੀ ਰਚਨਾ ਕਰਨੀ ਚਾਹੁੰਦਾ ਸੀ। ਇਸ ਪ੍ਰਕਾਰ ਉਹ ਉੱਚ ਕੋਟੀ ਦਾ ਮਿਹਨਤੀ ਡਾਕਟਰ, ਪ੍ਰਬੰਧਕ ਅਤੇ ਪ੍ਰਤਿਭਾਸ਼ਾਲੀ ਕਵੀ ਸੀਗਾ ਅਤੇ ਰੱਬ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਅਗਲਾ ਪ੍ਰਸ਼ਨ ਹੈ, ਡਾਕਟਰ ਜਸਵੰਤ ਸਿੰਘ ਨੇਕੀ ਨੇ ਚੰਡੀਗੜ੍ਹ ਵਿੱਚ ਕਿੰਨੇ ਸਾਲ ਕੰਮ ਕੀਤਾ? ਇੱਥੇ ਰਹਿੰਦਿਆਂ ਉਸ ਦੀ ਜ਼ਿੰਦਗੀ ਕਿਹੋ ਜਿਹੀ ਸੀ? ਡਾਕਟਰ ਜਸਵੰਤ ਸਿੰਘ ਨੇਕੀ ਨੇ ਚੰਡੀਗੜ੍ਹ 3 ਸਾਲ ਕੰਮ ਕੀਤਾ। ਉਹ ਕਹਿੰਦਾ ਹੈ ਕਿ ਇੰਨੇ ਕਰਮਸ਼ੀਲ ਵਰੇ ਭਾਗਾਂ ਨਾਲ ਹੀ ਲੱਭਦੇ ਨੇ। ਕਰਮਸ਼ੀਲ ਹੁੰਦਾ ਜਿਹਦੇ ਵਿੱਚ ਬੰਦਾ ਬਹੁਤ ਜ਼ਿਆਦਾ ਮਿਹਨਤ ਕਰਦਾ। ਇੱਕ ਤਾਂ PGI ਜਿਹੜਾ ਵੱਡਾ ਡਾਕਟਰੀ ਸੰਸਥਾਨ ਸੀ ਅਤੇ ਇੱਥੇ ਉਸਦੀ ਜ਼ਿੰਮੇਵਾਰੀ ਨਵੀਂ ਸੀ। ਇਸ ਕਰਕੇ ਉਹ ਦਿਨ ਰਾਤ ਕੰਮ ਵਿੱਚ ਲੱਗਿਆ ਰਹਿੰਦਾ ਸੀ। ਉਸ ਕੋਲ ਭਵਿੱਖ ਦੇ ਸੁਪਨੇ ਲੈਣ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਵਿਹਲ ਹੀ ਨਹੀਂ ਸੀ। ਉਹ ਜਾਗਦਾ ਵੀ ਕੰਮ ਵਿੱਚ ਲੱਗਿਆ ਰਹਿੰਦਾ ਅਤੇ ਸੁਪਨੇ ਵਿੱਚ ਵੀ ਕੰਮ ਬਾਰੇ ਹੀ ਸੋਚਦਾ ਰਹਿੰਦਾ। ਉਸਦਾ ਹੱਥ ਕਿਰਤ ਅਤੇ ਚਿੱਤ ਪਰਮਾਤਮਾ ਦਾ ਨਾਮ ਲੈਣ ਵਿੱਚ ਲੱਗਿਆ ਰਹਿੰਦਾ ਸੀ। ਉਸਨੂੰ ਇਹ ਲੱਗਦਾ ਸੀ ਕਿ ਮਿਹਨਤ ਹੀ ਪੂਜਾ ਹੈ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਰਹਿੰਦਿਆਂ ਲੇਖਕ ਦੀ ਜ਼ਿੰਦਗੀ ਮਿਹਨਤ ਵਿੱਚ ਹੀ ਬਤੀਤ ਹੋ ਰਹੀ ਸੀ। ਚੰਡੀਗੜ੍ਹ ਵਿੱਚ ਨਿਯੁਕਤੀ ਲੇਖਕ ਨੇ ਆਪਣੇ ਰੁਝੇਵਿਆਂ ਬਾਰੇ ਕੀ ਦੱਸਿਆ ਹੈ? ਲੇਖਕ ਦੱਸਦਾ ਹੈ ਕਿ ਚੰਡੀਗੜ੍ਹ ਵਿੱਚ ਨਿਯੁਕਤੀ ਉਪਰੰਤ ਉਸਦਾ ਜੀਵਨ ਰੁਝੇਵਿਆਂ ਨਾਲ ਭਰਪੂਰ ਸੀਗਾ। ਇੱਕ ਤਾਂ PGI ਦਾ ਜਿਹੜਾ ਹੈ ਇੱਕ ਵੱਡਾ ਡਾਕਟਰੀ ਸੰਸਥਾਨ ਸੀ ਅਤੇ ਇੱਥੇ ਉਸਦੀ ਜ਼ਿੰਮੇਵਾਰੀ ਨਵੀਂ ਸੀ।
ਉਹ ਦਿਨ ਰਾਤ ਕੰਮਾਂ ਵਿੱਚ ਜੁਟਿਆ ਰਹਿੰਦਾ ਸੀ। ਉਹ ਸੁੱਤਾ ਪਿਆ ਵੀ ਘਾਲਣਾ ਦੇ ਸੁਪਨੇ ਰਹਿੰਦਾ ਸੀ ਅਤੇ ਜਾਗਦਾ ਵੀ ਘਾਲਣਾ ਦੇ ਖਿਆਲਾਂ ਵਿੱਚ ਹੀ ਸੀ। ਉਂਝ ਇੱਥੋਂ ਦੇ ਪ੍ਰਬੰਧਕੀ ਕਾਰਜਾਂ ਤੋਂ ਉਸਨੂੰ ਰਤਾ ਵੇਲ ਨਹੀਂ ਸੀ, ਪਰ ਉਹ ਕਵਿਤਾ ਲਿਖਣੀ ਚਾਹੁੰਦਾ ਸੀ। ਇਸ ਲਈ ਉਸਨੇ ਆਪਣੇ ਆਪ ਬੀਤੀ ਲਿਖਣੀ ਸ਼ੁਰੂ ਕੀਤੀ ਸੀ ਅਤੇ ਇੱਥੇ ਬਿਤਾਏ 3 ਸਾਲਾਂ ਨੂੰ ਉਹ ਆਪਣੀ ਜ਼ਿੰਦਗੀ ਦੇ ਭਾਗਾਂ ਨਾਲ ਮਿਲੇ ਕਰਮਸ਼ੀਲ ਵਰੇ ਕਹਿੰਦਾ ਹੈ। ਤਾਂ ਇਹ ਤਾਂ ਸੀਗੇ ਆਪਣੇ 11 ਪਾਠ। ਹੁਣ ਬਾਕੀ ਇਹਨਾਂ ਦੇ 3 ਪਾਠ ਬਾਅਦ ਵਿੱਚ ਕਰਾਂਗੇ, ਕਿਉਂਕਿ ਵੀਡੀਓ ਬਹੁਤ ਲੰਬੀ ਹੋ ਰਹੀ ਹੈਗੀ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਨਾ, ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਨਾ। ਜੇਕਰ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਣਾ, ਕਿਉਂਕਿ ਇਹਦੇ ਵਿੱਚ ਕਈ ਕਲਾਸਾਂ ਦਾ ਕੰਮ ਪਾਇਆ ਹੋਇਆ ਹੈਗਾ। ਅਤੇ ਜਾਣ ਤੋਂ ਪਹਿਲਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਫਿਰ ਮਿਲਦੇ ਹੈਗੇ ਅਗਲੇ ਭਾਗ ਦੇ ਨਾਲ।